ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਮੇਨ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 12 ਜੂਨ 2017 29 ਜੇਠ 1966 ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਆਨਲਾਈਨ ਸਟ੍ਰੀਮਿੰਗ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਦੇਸ਼ਾਂ ਵਿਦੇਸ਼ਾਂ ਵਿੱਚ ਸਮਾਗਮ ਚੱਲ ਰਹੇ ਹਨ ਤੇ ਤੁਸੀਂ ਵੀ ਵਿਸ਼ੇਸ਼ ਤੌਰ ਤੇ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ। ਅਸੀਂ ਜਾਣਨਾ ਚਾਹਾਂਗੇ ਕਿ ਇਹਨਾਂ ਸਮਾਗਮਾਂ ਦੇ ਰਾਹੀਂ ਸਾਨੂੰ ਕਿੰਨੀਆਂ ਕੁ ਪ੍ਰਾਪਤੀਆਂ ਹੋਈਆਂ ਹਨ ਜਾਂ ਹੋ ਰਹੀਆਂ ਹਨ, ਇਹਨਾਂ ਬਾਰੇ ਵੇਰਵਾ ਜਾਣਨਾ ਚਾਹਾਂਗੇ ਤੇ ਨਾਲ ਹੀ ਅੱਜ ਦੇ ਆਪਾਂ ਜਿਹੜੇ ਮੇਨ ਟੌਪਿਕ ਨੇ ਉਹ ਡਿਸਕਸ ਕਰਾਂਗੇ। ਪਹਿਲਾਂ ਤੁਸੀਂ ਸਾਨੂੰ ਦੱਸੋ ਤੁਹਾਡਾ ਵੀਕਐਂਡ ਜੋ ਇਹਨਾਂ ਸਮਾਗਮਾਂ ਵਿੱਚ ਗੁਜ਼ਰਿਆ, ਉਹਨਾਂ ਬਾਰੇ ਆਪਾਂ ਜਾਣਨਾ ਚਾਹਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲਾ ਸ਼ੋਅ ਅਸੀਂ ਮੰਗਲਵਾਰ ਟਿਊਜ਼ਡੇ ਕੀਤਾ ਸੀ ਔਰ ਉਸ ਦਿਨ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸਿਆ ਸੀ ਕਿ ਬੁੱਧਵਾਰ 7 ਜੂਨ ਦਾ ਦਿਨ ਵਾਸ਼ਿੰਗਟਨ ਡੀਸੀ ਦੇ ਵਿੱਚ 2 ਵਿਸ਼ੇਸ਼ ਸਮਾਗਮ ਹੋ ਰਹੇ ਨੇ। ਇੱਕ US ਕਾਂਗਰਸ ਦੇ ਵਿੱਚ ਰੇਬਰਨ ਬਿਲਡਿੰਗ ਦੇ ਵਿੱਚ ਬਰੀਫਿੰਗ ਸੀ ਜਿਹਨੂੰ ਆਰਗੇਨਾਈਜ਼ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਏਜੰਸੀ ਪ੍ਰੋਟੈਕਸ਼ਨ ਅਗੇਂਸਟ ਪ੍ਰੀਵੈਂਸ਼ਨ ਅਗੇਂਸਟ ਜੈਨੋਸਾਈਡ ਵੱਲੋਂ ਹੀ ਕੀਤਾ ਗਿਆ ਸੀ ਔਰ ਉਹਦਾ ਟੌਪਿਕ ਵੀ ਬੜਾ ਬ੍ਰੌਡ ਸੀ ਕਿ ਕਿਵੇਂ ਦੁਨੀਆ ਭਰ ਦੇ ਧਰਮਾਂ ਦੇ ਆਗੂ ਜਿਹੜੇ ਨੇ ਉਹ ਸ਼ਾਂਤੀ ਦੇ ਲਈ ਜਿਹੜਾ ਉਹ ਆਪਣਾ ਰੋਲ ਅਦਾ ਕਰ ਸਕਦੇ ਨੇ ਔਰ ਇਸ ਦੇ ਨਾਲ ਹੀ ਇਹ ਜੁੜਵਾਂ ਪਾਰਟ ਵੀ ਸੀ ਕਿ ਕਿਵੇਂ ਉਹ ਜ਼ਿੰਮੇਵਾਰ ਹੁੰਦੇ ਨੇ ਨਫ਼ਰਤ ਰਾਹੀਂ ਅਸ਼ਾਂਤੀ ਫੈਲਾਉਣ 'ਚ ਜਾਂ ਆਪਸੀ ਜਿਹੜੀ ਹੈ ਨਫ਼ਰਤ ਫੈਲਾਉਣ ਦੇ ਵਿੱਚ। ਔਰ ਇਸ ਨੂੰ ਫਰੈਂਡਸ ਆਫ ਸਿੱਖ ਕਾਕਸ ਦੇ ਸਹਿਯੋਗ ਦੇ ਨਾਲ ਰੇਬਰਨ ਬਿਲਡਿੰਗ ਦੇ ਵਿੱਚ ਜਿਹੜਾ 7 ਜੂਨ ਨੂੰ ਦੁਪਹਿਰੇ ਆਲਮੋਸਟ 4 ਵਜੇ ਤੋਂ 5:30 ਵਜੇ ਤੱਕ ਇਹ ਬਰੀਫਿੰਗ ਚੱਲੀ ਜਿਹਦੇ ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਵੀ ਔਰ ਹੋਲੋਕਾਸਟ ਮਿਊਜ਼ੀਅਮ ਦੀ ਡਾਇਰੈਕਟਰ ਨੰਬਰ 2 ਪਰਸਨ ਔਰ ਡਾਕਟਰ ਇਕਦਾਰ ਕਰਾਮਤ ਚੀਮਾ ਜਿਹੜੇ ਕਿ ਵਿਸ਼ੇਸ਼ ਤੌਰ ਦੇ ਉੱਤੇ ਇੰਗਲੈਂਡ ਤੋਂ ਇਸ ਬਰੀਫਿੰਗ 'ਚ ਪਾਰਟਿਸਿਪੇਸ਼ਨ ਲਈ ਆਏ, ਉਹਨਾਂ ਨੇ ਸ਼ਮੂਲੀਅਤ ਕੀਤੀ ਔਰ ਇਸ ਪ੍ਰੋਗਰਾਮ ਨੂੰ ਅਗਲੇ ਦਿਨ ਸਾਡੇ ਦਰਸ਼ਕਾਂ ਨੇ ਸਾਰੀ ਬਰੀਫਿੰਗ ਦਾ ਜਿਹੜਾ ਡੀਟੇਲ ਸੀ ਉਸ ਨੂੰ ਵੀ ਦੇਖਿਆ। ਉਸੇ ਸ਼ਾਮ ਫਿਰ ਯੂਨਾਈਟਿਡ ਸਟੇਟਸ ਦੇ ਵਿੱਚ ਜਿਹੜੀ ਖਾਸ ਤੌਰ ਤੇ 4 ਸਾਲ ਪਹਿਲਾਂ ਸਿੱਖ ਕਾਂਗਰੈਸ਼ਨਲ ਕਾਕਸ ਹੋਣ ਦੇ ਵਿੱਚ ਆਈ, ਉਸ ਦਾ ਚੌਥਾ ਸਾਲਾਨਾ ਡਿਨਰ ਸੀ ਔਰ ਇਹ ਵੀ ਇੱਕ ਬੜਾ ਆਪਣੇ ਆਪ ਦੇ ਵਿੱਚ ਯਾਦਗਾਰੀ ਸਮਾਗਮ ਸੀ। ਲਗਭਗ 6 ਵਜੇ ਤੋਂ 8:30-9 ਵਜੇ ਤੱਕ ਚੱਲੇ ਇਸ ਸਮਾਗਮ ਦੇ ਵਿੱਚ ਦਰਜਨਾਂ ਕਾਂਗਰਸਮੈਨ ਔਰ ਉਹਨਾਂ ਦੇ ਸਟਾਫਰ ਸ਼ਾਮਲ ਹੋਏ। ਸਿੱਖ ਕਮਿਊਨਿਟੀ ਦੀ ਰਿਪਰੈਜ਼ੈਂਟੇਸ਼ਨ ਵੀ ਅਮਰੀਕਾ ਭਰ ਚੋਂ ਸੀ ਔਰ ਇਹਦੇ 'ਚ ਖਾਸ ਤੌਰ ਤੇ ਸੀਐਟਲ ਤੋਂ ਸਿਮਰਜੀਤ ਸਿੰਘ ਜਿਹੜੇ ਕਿ ਕੈਪਟਨ ਸਿਮਰਜੀਤ ਸਿੰਘ ਜਿਹੜੇ ਕਿ ਜਦੋਂ ਫੌਜ ਦੇ ਵਿੱਚ ਗਏ ਅੱਜ ਤੋਂ ਕੁਝ ਸਾਲ ਪਹਿਲਾਂ ਤੇ ਉਦੋਂ ਇਹ ਪਾਬੰਦੀ ਸੀ ਸਿੱਖੀ ਸਰੂਪ ਨਾਲ ਤੁਸੀਂ ਸਰਵ ਨਹੀਂ ਸੀ ਕਰ ਸਕਦੇ। ਉਹ ਉਹਨਾਂ ਨੇ ਆਪਣਾ ਜਿਹੜਾ ਉਹ ਬਦਲਿਆ ਸ਼ਕਲੋ ਸੂਰਤ, ਲੇਕਿਨ ਉਹਨਾਂ ਦੀ ਚਾਹਨਾ ਸੀ ਕਿ ਉਹ ਇੱਕ ਸਿੱਖ ਦੇ ਤੌਰ ਤੇ ਸਰਵ ਕਰਨ। ਔਰ ਜਦੋਂ ਕਿ ਜਨਵਰੀ ਮਹੀਨੇ 'ਚ ਇਸ ਸਾਲ ਜਿਹੜੀ ਪੈਂਟਾਗਨ ਵੱਲੋਂ ਐਕੋਮੋਡੇਸ਼ਨ ਦੀ ਪਾਲਿਸੀ ਆਈ ਹੈ ਬ੍ਰਿਗੇਡ ਲੈਵਲ ਤੇ ਉਹਦੇ 'ਚ ਉਹਨਾਂ ਨੇ ਜਿਹੜਾ ਉਹ ਉਹਨਾਂ ਸਿੱਖ ਰੂਪ ਦੇ ਵਿੱਚ ਆ ਕੇ ਸਰਵ ਕਰਨ ਦਾ ਉਹਨਾਂ ਨੇ ਹੱਕ ਹਾਸਲ ਕੀਤਾ। ਉਹ ਇਹਦੇ 'ਚ ਉਹਨਾਂ ਦੀ ਖਾਸ ਪ੍ਰੈਜੈਂਟੇਸ਼ਨ ਸੀ, ਸੀਐਟਲ ਤੋਂ ਆਏ ਸਨ ਔਰ ਚੰਗੀ ਗੱਲ ਇਹ ਲੱਗੀ ਕਿ ਉਹਨਾਂ ਨੇ ਦੱਸਿਆ ਕਿ ਵੀ ਜਦੋਂ ਦੀ ਇਹ ਐਕੋਮੋਡੇਸ਼ਨ ਦੀ ਲਾਈਨ ਆਈ ਹੈ ਇਸ ਵੇਲੇ 40 ਦੇ ਕਰੀਬ ਜਿਹੜੇ ਸਿੱਖ ਨੌਜਵਾਨ ਨੇ ਉਹ ਫੌਜ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਸਰਵ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਕਈ ਵਾਰ ਇਹ ਪੁੱਛਿਆ ਜਾਂਦਾ ਹੈ ਕਿ ਜੀ ਇਹ ਡਿਨਰ ਹੁੰਦੇ ਨੇ, ਅਸੀਂ ਕਾਂਗਰਸਮੈਨਾਂ ਨੂੰ ਫੰਡ ਰੇਜ਼ਿੰਗ ਕਰਦੇ ਹਾਂ ਜਾਂ ਇਹਨਾਂ ਦੇ ਕੀ ਫਾਇਦੇ ਹੁੰਦੇ ਨੇ। ਇਹਨਾਂ 4 ਸਾਲਾਂ ਦੇ ਵਿੱਚ ਹੀ ਅਸੀਂ ਦੇਖਿਆ ਕਿ ਕਿਵੇਂ ਇੱਕ ਤੋਂ ਬਾਅਦ ਇੱਕ, ਭਾਵੇਂ ਉਹ ਭਾਰਤ ਦੇ ਵਿੱਚ ਹਿਊਮਨ ਰਾਈਟਸ ਵਾਇਓਲੇਸ਼ਨਸ ਦੇ ਮੁੱਦੇ ਹੋਣ ਉਸ ਦੇ ਉੱਤੇ, ਅਮਰੀਕਾ ਦੇ ਵਿੱਚ ਹੇਟ ਕ੍ਰਾਈਮਸ ਦੇ ਅਗੇਂਸਟ ਆਵਾਜ਼ ਹੋਏ ਜਾਂ ਸਿੱਖਾਂ ਦੀ ਸੈਪਰੇਟ ਕੈਟਾਗਰੀ ਜਿਹੜੀ ਕਿ ਅੱਗੇ
ਸਾਰਿਆਂ ਦੇ ਨਾਲ ਕਲੱਬ ਕੀਤੀ ਜਾਂਦੀ ਸੀ, ਜਦੋਂ ਕਿ FBI ਨੇ ਜਾਂ ਦੂਸਰਿਆਂ ਨੇ ਹੇਟ ਕ੍ਰਾਈਮ ਬਾਰੇ ਰਜਿਸਟਰ ਕਰਨੇ, ਔਰ ਇਹ ਅਮਰੀਕਨ ਆਰਮੀ ਦੇ ਵਿੱਚ ਸਰਵ ਕਰਨ ਦੀ ਗੱਲ, ਔਰ ਜਿਸ ਅੰਦਾਜ਼ ਦੇ ਵਿੱਚ ਜਿਵੇਂ ਅਸੀਂ UN ਬਰੀਫਿੰਗ ਦੀ ਗੱਲ ਕਰਦੇ ਹਾਂ ਕਿ ਜੈਨੋਸਾਈਡ ਵੱਲ ਜਿਹੜੀ ਗੱਲ, ਜਦੋਂ ਕੁੱਲ ਦੁਨੀਆ ਦੇ ਵਿੱਚ ਫੈਲ ਰਹੇ ਇਸ ਕਿਸਮ ਦੇ ਹਾਲਾਤ ਜਿਹਦੇ 'ਚ ਨਫ਼ਰਤ ਦਾ ਮੁਕਾਮ ਹੈ, ਤਾਂ ਉੱਥੇ ਸਿੱਖਾਂ ਦੀ ਆਵਾਜ਼ ਵੀ ਜਿਹੜੀ ਹੈ ਉਹ ਹੁਣ ਸੁਣੀ ਜਾ ਰਹੀ ਹੈ। ਔਰ ਇਸ ਬਰੀਫਿੰਗ ਦੇ ਦੌਰਾਨ ਹੀ ਡਾਕਟਰ ਚੀਮਾ ਨੇ ਵੀ ਮੈਂਸ਼ਨ ਕੀਤਾ ਕਿ ਕਿਵੇਂ ਜਿਹੜੀ ਕਿ ਇੱਕ ਸਟੇਟਮੈਂਟ UN ਚਾਰਟਰ ਆਫ ਹਿਊਮਨ ਰਾਈਟਸ ਤੋਂ ਬਾਅਦ ਪਹਿਲੀ ਵਾਰ ਫੇਥ ਬੇਸਡ ਲੀਡਰਸ ਵੱਲੋਂ ਆਈ ਹੈ, ਉਹਦੇ 'ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ 3 ਜਿਹੜੀਆਂ ਕੋਟਸ ਆਈਆਂ, ਔਰ ਇਹ ਵੀ ਪਹਿਲੀ ਵਾਰ ਹੋਇਆ ਕਿ ਇਸ ਲੈਵਲ ਦੇ ਇੰਟਰਨੈਸ਼ਨਲ ਡਾਕੂਮੈਂਟ ਦੇ ਵਿੱਚ ਸਾਡੇ ਇਸ਼ਟ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਸ ਨੂੰ ਸ਼ਾਮਲ ਕੀਤਾ ਗਿਆ ਜੀ। ਸੋ ਇਸ ਜਿਹੜੀ ਰਿਸੈਪਸ਼ਨ ਸੀ, ਕਾਂਗਰੈਸ਼ਨਲ ਰਿਸੈਪਸ਼ਨ, ਇਸ ਦੇ ਵਿੱਚ ਉਹਨਾਂ ਦਾ ਚੰਗਾ ਉਦਮ ਸੀ ਫਰੈਂਡਸ ਆਫ ਸਿੱਖ ਕਾਕਸ ਦਾ, ਕਿ ਉਹਨਾਂ ਨੇ ਤਿੰਨੋਂ ਹੀ ਯੂਨੀਵਰਸਿਟੀਆਂ, ਮੈਰੀਲੈਂਡ, ਵਰਜੀਨੀਆ ਔਰ ਮੇਸਨ ਯੂਨੀਵਰਸਿਟੀ ਦੇ ਸਿੱਖ ਸਟੂਡੈਂਟ ਐਸੋਸੀਏਸ਼ਨ ਦੇ ਯੰਗ ਸਪੀਕਰ, ਜਿਨ੍ਹਾਂ 'ਚ 2 ਬੱਚੀਆਂ ਸਨ, ਉਹਨਾਂ ਨੂੰ ਇਨਵਾਈਟ ਕੀਤਾ ਹੋਇਆ ਸੀ। ਔਰ ਇਸ ਤੋਂ ਇਲਾਵਾ ਜਿਹੜਾ ਵੀ ਕਾਂਗਰਸਮੈਨ ਆਂਦਾ ਗਿਆ ਉਹਨਾਂ ਨੇ ਐਡਰੈਸ ਕੀਤਾ, ਔਰ ਉਹਨਾਂ ਨੂੰ ਜਿਹੜਾ ਛੋਟੀ ਗਿਫਟ, ਬੇਸ਼ੱਕ ਉਹ ਬਹੁਤ ਵਾਰ ਚਾਕਲੇਟ ਪੈਕ ਹੀ ਹੁੰਦਾ, ਲੇਕਿਨ ਇਹੀ ਅਮਰੀਕਨ ਸਿਸਟਮ ਦੇ ਵਿੱਚ ਤੁਹਾਡੀ ਰੈਕਗਨੀਸ਼ਨ ਦੀ ਗੱਲ ਹੁੰਦੀ ਹੈ। ਔਰ ਇਸ ਦੇ ਜਿਹੜਾ ਇਹ ਸਾਰੇ ਪ੍ਰੋਗਰਾਮ ਦੇ ਦੌਰਾਨ, ਕਿਉਂਕਿ ਛੋਟੀਆਂ ਸਪੀਚਸ ਹਰ ਇੱਕ ਦੀ ਚੱਲ ਰਹੀ ਸੀ, ਯਾਦਵਿੰਦਰ ਸਿੰਘ ਹੋਰਾਂ ਨੇ ਜਿਹੜੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਰਹੇ ਨੇ, ਉਹਨਾਂ ਨੇ ਵੀ ਐਡਰੈਸ ਕੀਤਾ। ਔਰ ਸੈਕੰਡ ਲਾਸਟ ਸਪੀਕਰ ਦੇ ਤੌਰ ਤੇ ਮੈਨੂੰ ਆਪਣੀ ਪ੍ਰੈਜ਼ੈਂਟੇਸ਼ਨ ਦੇਣ ਦਾ ਮੌਕਾ ਬਣਿਆ। ਔਰ ਇਹਦੇ 'ਚ ਮੈਂ ਸਪਸ਼ਟਤਾ ਦੇ ਨਾਲ, ਕਿਉਂਕਿ ਬਹੁਤ ਵਾਰੇ ਹੁੰਦਾ ਹੈ ਵੀ ਜਿਹੜਾ ਚੱਲ ਰਿਹਾ ਹੁੰਦਾ ਹੈ, ਕਾਂਗਰਸਮੈਨਾਂ ਦਾ ਆਪਣਾ ਦਾਇਰਾਕਾਰ ਹੁੰਦਾ ਹੈ, ਵਿਦਿਨ ਅਮਰੀਕਾ ਸਿੱਖਾਂ ਦੀ ਕੀ ਕੰਟਰੀਬਿਊਸ਼ਨ ਹੈ। ਫਰੈਜ਼ਨੋ ਤੋਂ ਵੈਲੀ ਦੇ ਕਾਂਗਰਸਮੈਨ ਨੇ ਦੱਸਿਆ ਵੀ ਉਹਦਾ ਪਰਿਵਾਰ ਵੀ ਕਿਵੇਂ ਉਹਨਾਂ ਡਿਫਿਕਲਟੀਜ਼ 'ਚੋਂ ਹੀ ਗੁਜ਼ਰਿਆ, ਜਿਨ੍ਹਾਂ ਦੇ ਦਾਦੇ ਜਾਂ ਦਾਦੀ ਆਏ ਅਨਪੜ੍ਹ ਸਨ, ਕਿਵੇਂ ਇੱਥੋਂ ਦੇ ਸਿਸਟਮ 'ਚ ਐਡਜਸਟ ਹੋਏ। ਕੁਛ ਨੇ ਸਿੱਖਾਂ ਦੇ ਨਾਲ ਆਪਣੇ ਦਿਲਚਸਪ ਪਲਾਂ ਦੀ ਗੱਲ ਕੀਤੀ ਔਰ ਸਿੱਖ ਕੌਮ ਦੀ ਤਾਰੀਫ ਕੀਤੀ। ਪਰ ਸਾਡੇ ਸਾਹਮਣੇ, ਕਿਉਂਕਿ 7 ਜੂਨ ਦਾ ਦਿਨ ਸੀ, ਔਰ ਜੇ ਸਾਰੇ ਦੇ ਵਿੱਚ ਤੁਸੀਂ ਬਿਨਾਂ ਘੱਲੂਘਾਰੇ ਦਾ ਜ਼ਿਕਰ ਕੀਤੇ, ਔਰ ਜਿਹੜੇ ਅੱਜ ਦੇ ਚੈਲੰਜ ਨੇ, ਔਰ ਹਿੰਦੂਤਵੀ ਆਈਡੀਓਲੋਜੀ ਦਾ ਚੈਲੰਜ ਹੈ, ਉਹਦੀ ਗੱਲ ਨਾ ਕਰੋ, ਤਾਂ ਫਿਰ ਇਹ ਜਿਹੜਾ ਹੈ, ਮੈਂ ਸਮਝਦਾ ਕਿ ਵੀ ਇਸ ਦਾ ਕੋਈ ਬਹੁਤੀ ਯਥਾਰਥਕਤਾ ਨਹੀਂ ਰਹਿ ਜਾਂਦੀ। ਸੋ ਬੇਸ਼ੱਕ ਕਈ ਵਾਰ ਸ਼ਾਇਦ ਹਰ ਇੱਕ ਨੂੰ ਇਹ ਗੱਲ ਪਸੰਦ ਨਹੀਂ ਹੁੰਦੀ, ਜਿਹੜੇ ਕੁਝ ਆਰਗੇਨਾਈਜ਼ਰਸ ਵੀ ਹੁੰਦੇ ਨੇ ਉਹ ਵੀ, ਕਿਉਂਕਿ ਇਹ ਹਰ ਇੱਕ ਨੂੰ ਪਤਾ ਹੈ ਵੀ ਕਿਵੇਂ ਇੰਡੀਅਨ ਗਵਰਨਮੈਂਟ ਜਾਂ ਉਹਨਾਂ ਦੇ ਦੁਮਛੱਲੇ, ਔਰ ਇਸ ਵਾਰ ਜਿਹੜੀ ਹਿੰਦੂ ਫੈਡਰੇਸ਼ਨ ਹੈ ਅਮਰੀਕਾ ਦੀ, ਉਹ ਬੜੀ ਐਕਟਿਵ ਰਹੀ ਬਰੀਫਿੰਗ ਤੋਂ ਪਹਿਲਾਂ ਤੱਕ। ਈਵਨ ਇੱਕ ਦਿਨ ਪਹਿਲਾਂ ਤੱਕ ਵੀ ਇਹ ਸ਼ੋਰ ਨਹੀਂ ਸੀ ਕਿ ਬਰੀਫਿੰਗ ਹੋ ਵੀ ਸਕੇਗੀ ਕਿ ਨਹੀਂ, ਕਿਉਂਕਿ ਜਿਹੜੇ ਕਾਂਗਰਸਮੈਨ ਇਸ ਨੂੰ ਲੀਡ ਕਰ ਰਹੇ ਸੀ, ਹਿੰਦੂ ਫੈਡਰੇਸ਼ਨ ਵਾਲਿਆਂ ਨੇ ਕਈ 100 ਈਮੇਲਾਂ ਉਹਨਾਂ ਨੂੰ ਲਿਖਵਾਈਆਂ, ਕੁਝ ਜਾ ਕੇ ਉਹਨਾਂ ਦੇ ਦਫ਼ਤਰਾਂ 'ਚ ਜਾ ਕੇ ਵੱਜੇ ਕਿ ਜੀ ਇਹ ਤੁਸੀਂ ਕੀ ਕਰ ਰਹੇ ਹੋ ਔਰ ਕੀ ਹੈ। ਸੋ ਔਰ ਇਹ ਸਾਰੇ ਤੋਂ ਥੋੜੇ ਬਹੁਤ ਜਿਹੜੇ ਹੁੰਦੇ ਨੇ ਸਾਰੇ ਖੌਫਜ਼ਦਾ ਵੀ ਹੁੰਦੇ ਨੇ, ਇਹ ਤਾਂ ਨਹੀਂ ਹੈ, ਕਿਉਂਕਿ ਸਾਰੇ ਲੋਕ ਅਲਟੀਮੇਟਲੀ ਪੋਲੀਟੀਕਲੀ ਉਹ ਇੱਕ ਗਰੁੱਪ ਨੂੰ ਖੁਸ਼ ਕਰਦੇ ਦੂਜੇ ਨੂੰ ਲੂਜ਼ ਨਹੀਂ ਕਰਨਾ ਚਾਹੁੰਦੇ ਹੁੰਦੇ। ਪਰ ਇੱਕ ਤਸੱਲੀ ਦੀ ਗੱਲ ਹੈ ਵੀ ਬਰੀਫਿੰਗ ਵੀ ਹੋਈ ਔਰ ਰਿਸੈਪਸ਼ਨ ਵੀ ਹੋਈ। ਔਰ ਮੈਂ ਆਪਣੀ ਪ੍ਰੈਜ਼ੈਂਟੇਸ਼ਨ ਦੇ ਵਿੱਚ ਜਿਹੜੀ ਬਰੀਫ ਹੁੰਦੀ ਹੈ, ਤੁਸੀਂ 4-5 ਮਿੰਟ 'ਚ ਆਪਣੀ ਗੱਲ ਕਹਿਣੀ ਹੈ, ਇਸ ਪਾਰਟ ਨੂੰ ਜਿਹੜਾ ਉਹ ਆਰਟੀਕੂਲੇਟ ਕੀਤਾ ਕਿ ਅਲਟੀਮੇਟਲੀ ਇਹ ਜਿਹੜਾ ਨੈਵਰ ਅਗੇਨ ਕਿਹਾ ਜਾਂਦਾ ਸੀ ਦੂਸਰੇ ਸੰਸਾਰ ਯੁੱਧ ਦੌਰਾਨ, ਹੋਲੋਕਾਸਟ, ਔਰ ਉਸ ਤੋਂ ਬਾਅਦ ਅੱਜ ਵੀ ਉਹ ਵਾਪਰ ਰਿਹਾ ਹੈ। ਔਰ ਭਾਰਤ ਜਿਹੜਾ ਹੈ ਉਹ ਨਾਜ਼ੀ ਸਟੇਟ ਇਨ ਦਾ ਮੇਕਿੰਗ ਹੀ ਨਹੀਂ, ਇਸ ਵੇਲੇ ਇਟਸ ਐਕਟਿੰਗ ਲਾਈਕ ਏ ਨਾਜ਼ੀ ਸਟੇਟ। ਔਰ ਇਹ ਸਾਰੇ ਪਾਰਟ ਨੂੰ ਵੀ ਜਿਹੜੀ ਕਾਂਗਰੈਸ਼ਨਲ ਇਹ ਰਿਸੈਪਸ਼ਨ ਸੀ, ਅਸੀਂ TV 84 ਦੇ ਦਰਸ਼ਕਾਂ ਦੇ ਰੂਬਰੂ ਕੀਤਾ ਔਰ ਪਿਛਲੇ 2 ਦਿਨ ਤੋਂ ਕਾਫੀ 30,000 ਤੋਂ ਜ਼ਿਆਦਾ ਜਿਹੜੇ ਵਿਊਅਰਸ ਨੇ ਇਸ ਦਾ ਆਨੰਦ ਮਾਣਿਆ। ਸੋ ਇਹ ਸਾਡੀ ਜਿਹੜੀ ਹੈ ਉਹ ਲਾਸਟ ਵੀਕਡੇਜ਼ ਦੀ ਐਕਟੀਵਿਟੀ ਸੀ। ਫਰਾਈਡੇ, ਥਰਸਡੇ, ਫਰਾਈਡੇ ਛੋਟੀਆਂ ਮੁਲਾਕਾਤਾਂ ਆਪਣੇ ਉਹਨਾਂ ਪੁਰਾਣੇ ਸਾਰੇ ਸਾਥੀਆਂ ਦੇ ਨਾਲ, ਤਾਂ ਕਿ ਆਉਣ ਵਾਲੇ ਪੀਰੀਅਡ ਦੀਆਂ ਐਕਟੀਵਿਟੀਜ਼ ਦੇ ਲਈ ਜਿਹੜੀ ਹੈ ਸਰਗਰਮੀ ਰਹੇ। ਔਰ ਪਹਿਲੀ ਵਾਰ ਅਸੀਂ ਜਦੋਂ ਪਿਛਲੇ ਵੀਕ ਹਾਲਾਂਕਿ ਕਲੀਵਲੈਂਡ ਓਹਾਇਓ ਦਾ ਸੀ, ਔਰ ਇਸ ਵੀਕਐਂਡ ਤੇ ਐਟਲਾਂਟਾ ਜਾਰਜੀਆ ਇਸ ਦੀ ਟ੍ਰਿਪ ਸੀ। 2004 ਦੇ ਵਿੱਚ ਮੈਂ ਐਟਲਾਂਟਾ ਗਿਆ ਸੀ, ਔਰ 13 ਸਾਲ ਬਾਅਦ ਇਸ ਵਾਰ ਜਾਣ ਦਾ ਫਿਰ ਸਬਬ ਹੋਇਆ। ਔਰ ਜਿਹੜਾ ਉਹਨਾਂ ਦਾ ਸਭ ਤੋਂ ਪੁਰਾਣਾ ਔਰ ਬੜਾ ਖੂਬਸੂਰਤ ਗੁਰਦੁਆਰਾ, ਜਿਸ ਦੇ ਵਿੱਚ ਉਹਨਾਂ ਨੇ
ਬਾਹਰ ਗੇਟ ਦੇ ਉੱਤੇ ਵੀ ਗੁੰਬਦ ਨੇ ਔਰ ਅੰਦਰ 5 ਗੁੰਬਦ ਮੇਨ ਬਿਲਡਿੰਗ ਦੇ ਉੱਤੇ ਨੇ ਜਿਹੜਾ। ਔਰ ਇਹ ਸਿੱਖ ਸਟੱਡੀ ਸਰਕਲ ਦਾ ਪੁਰਾਣਾ ਗੁਰਦੁਆਰਾ 1960ਵਿਆਂ ਦੇ ਅਖੀਰ 'ਚ ਸ਼ੁਰੂਆਤ ਹੋਈ ਔਰ ਹੁਣੇ ਹੀ ਮੁਕੰਮਲ ਹੋਇਆ। ਹਾਲਾਂਕਿ ਐਡੀਸ਼ਨਸ ਹੁੰਦੀਆਂ ਰਹਿੰਦੀਆਂ ਨੇ ਗੁਰਦੁਆਰਿਆਂ ਦੀਆਂ ਇਮਾਰਤਾਂ ਜੀ, ਔਰ ਉਹਦੇ 'ਚ ਉਹਨਾਂ ਨੇ ਘੱਲੂਘਾਰਾ ਸਮਾਗਮ ਵਿਸ਼ੇਸ਼ ਤੌਰ ਤੇ ਰੱਖਿਆ ਹੋਇਆ ਸੀ। ਸਾਨੂੰ ਉਹਨਾਂ ਨੇ ਇਨਵਾਈਟ ਕੀਤਾ ਗੁਰਦੁਆਰਾ ਕਮੇਟੀ ਨੇ ਔਰ ਸਾਡੇ ਲਈ ਇੱਕ ਬਹੁਤ ਚੰਗਾ ਅਨੁਭਵ ਸੀ। TV 84 ਦੀ ਟੀਮ ਨੇ ਇਸ ਨੂੰ ਕਵਰ ਵੀ ਕੀਤਾ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਇਸ ਨੂੰ ਸਾਂਝਾ ਵੀ ਕਰਾਂਗੇ ਆਪਣੇ ਦਰਸ਼ਕਾਂ ਦੇ ਨਾਲ ਜੀ। ਔਰ ਮੈਂ ਮਹਿਸੂਸ ਕਰਦਾ ਕਿ ਇਸ ਵੇਲੇ ਹਾਲਾਂ ਇੱਕ ਸਟੇਜ ਆਈ 1995 ਤੋਂ ਬਾਅਦ, ਜਦੋਂ ਕਿ ਸਿੱਖ ਨਸਲਕੁਸ਼ੀ ਦਾ ਇੱਕ ਦੌਰ ਉੱਥੇ ਉਹਨਾਂ ਨੇ ਮੁਕਾਇਆ, ਇੱਕ ਜਨਰੇਸ਼ਨ ਮੁਕਾ ਕੇ ਫਿਰ ਕੁਝ ਸਾਲ ਬੜੀ ਚੁੱਪਚਾਪ ਰਿਹਾ ਔਰ ਇਵੇਂ ਲੱਗਦਾ ਸੀ ਔਰ ਕਈਆਂ ਦੀਆਂ ਢਹਿੰਦੀ ਕਲਾਂ ਦੀਆਂ ਗੱਲਾਂ ਤੋਂ ਕਿ ਬਸ ਗੱਲ ਮੁੱਕ ਗਈ ਹੈ ਜੀ। ਪਰ ਮੈਂ ਸਮਝਦਾ ਵੀ ਇਹ ਬੜੀ ਹੌਸਲੇ ਵਾਲੀ ਗੱਲ ਹੈ ਕਿ ਇਸ ਵੇਲੇ ਜਿੰਨੀ ਕਲੈਰਿਟੀ ਦੇ ਨਾਲ ਬਹੁਤ ਸਾਰੀਆਂ ਥਾਵਾਂ ਦੀਆਂ ਮੈਨੇਜਮੈਂਟਸ ਵੀ ਔਰ ਯੰਗਸਟਰਸ, ਔਰ ਜਿਉਂ ਹੀ ਅਸੀਂ ਸੈਚਰਡੇ ਮਾਰਨਿੰਗ ਲੈਂਡ ਕੀਤਾ ਉਸ ਤੋਂ ਬਾਅਦ ਮਿਲਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਸ਼ਾਮ ਤੱਕ ਉਹਨਾਂ ਮਿਲਣ ਵਾਲਿਆਂ 'ਚ IT ਨਾਲ ਸੰਬੰਧਿਤ ਇੰਜੀਨੀਅਰ ਵੀ, ਯੰਗਸਟਰਸ ਔਰ ਖਾਸ ਤੌਰ ਤੇ 2-3 ਵੀਰ ਐਸੇ ਮਿਲੇ ਕਿਉਂਕਿ ਪ੍ਰਧਾਨ ਜਿਹੜੇ ਨੇ ਸਰ ਬਲਬੀਰ ਸਿੰਘ, ਉਹਨਾਂ ਦੇ ਘਰ ਸ਼ਾਮ ਦਾ ਖਾਣਾ ਸੀ। ਉੱਥੇ ਉਹਨਾਂ ਨੇ ਜਿਹੜੇ ਪੰਥ ਪਿਆਰੇ ਨੇ ਉਹਨਾਂ ਨੂੰ ਇਕੱਠੇ ਕੀਤਾ ਸੀ। ਔਰ ਬਹੁਤ ਵਾਰ ਇਹ ਲੱਗਦਾ ਹੁੰਦਾ ਅਸੀਂ ਜਦੋਂ ਜਿਹੜੇ ਵੀਰ ਭੈਣਾਂ ਸਿੱਖੀ ਸਰੂਪ 'ਚ ਨਹੀਂ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ ਤੇ ਫਿਰ ਕਈਆਂ ਨੂੰ ਉਹਨਾਂ 'ਚੋਂ ਜਿਹੜਾ ਉਹ ਜਦੋਂ ਕਮਜ਼ੋਰ ਗੱਲਾਂ ਵੀ ਕਰਨ ਦੇ ਹੁੰਦੇ ਨੇ, ਕਈ ਜਿਹੜੇ ਨੇ ਉਹਨਾਂ ਨੂੰ ਨੈਗੇਟ ਕਰਨ ਦੀ ਲਾਈਨ ਰੱਖਦੇ ਨੇ। ਹਾਲਾਂਕਿ ਮੇਰਾ ਇਹ ਕਹਿਣਾ ਹੁੰਦਾ ਹੈ ਔਰ ਮੈਂ ਸੰਡੇ ਦੇ ਦੀਵਾਨ 'ਚ ਵੀ ਇਹ ਕਿਹਾ ਕਿ ਜਿੱਥੇ ਸਾਡੇ ਲਈ ਗੁਰੂ ਦੇ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਨਾ, ਬਾਣੀ ਬਾਣੇ 'ਚ ਹੋਣਾ ਇਹ ਗੁਰੂ ਦੇ ਹੁਕਮ ਦੀ ਤਾਮੀਰ ਹੈ, ਉੱਥੇ ਇਸ ਗੱਲ ਦਾ ਵੀ ਯਤਨ ਕਰੀਏ ਕਿ ਨਫ਼ਰਤ ਦੀ ਕੋਈ ਥਾਂ ਨਹੀਂ ਕਿ ਜੇ ਸਾਨੂੰ ਗੁਰੂ ਨੇ ਬਖਸ਼ਿਸ਼ ਕਰਕੇ ਕੁਝ ਦਿੱਤੀ ਹੈ ਦਾਤ ਤੇ ਫਿਰ ਆਪਣੇ ਭਰਾਵਾਂ ਭੈਣਾਂ ਨੂੰ ਵੀ ਆਪਣੇ ਗਲ ਨਾਲ ਲਾ ਕੇ ਅੱਗੇ ਤੋਰੀਏ। ਔਰ ਮੈਂ ਇਹ ਦੇਖਦਾ ਕਿ ਇਸ ਵੇਲੇ ਜਿਹੜੀ ਕੌਮੀ ਘਰ ਦੀ ਚੰਨ ਹੈ ਉਹ ਸਿੱਖਾਂ ਦੇ ਹਰ ਵਰਗ ਦੇ ਵਿੱਚ ਹੈ, ਜਿਹੜੇ ਕਮਜ਼ੋਰ ਵੀ ਨੇ ਔਰ ਜਿਹੜੇ ਨੌਜਵਾਨ 2-3 ਆਏ ਇਹ ਰੈਗੂਲਰ ਵਿਊਅਰ ਨੇ। ਇੱਕ ਨੇ ਕਿਹਾ ਜੀ ਅਸੀਂ 5 ਸਾਲ ਤੋਂ ਮੈਂ TV 84 ਲਗਾਤਾਰ ਦੇਖਦਾ ਹਾਂ, ਇਹ ਬੜੇ ਫਖਰ ਦੀ ਗੱਲ ਹੈ, ਅਸੀਂ ਕੰਟਰੀਬਿਊਟ ਵੀ ਕਰਦੇ ਹਾਂ ਜੀ। ਔਰ ਦੋਨੋਂ ਦਿਨ ਹੀ ਜਿਹੜਾ ਪਿਕਚਰਸ ਲੈਣ ਵਾਲਿਆਂ ਦਾ, ਸੈਲਫੀਜ਼ ਲੈਣ ਵਾਲਿਆਂ ਦਾ ਇੱਕ ਵੱਡਾ ਜਮਘਟਾ ਸੀ। ਸੋ ਮੈਂ ਇਹ ਸਮਝਦਾ ਵੀ ਇਹ ਕੋਈ ਸਾਨੂੰ ਨਹੀਂ ਹੈ, ਸਾਡੀ ਰੈਕਗਨੀਸ਼ਨ ਨਹੀਂ ਹੈ, ਇਹ ਕੌਮੀ ਕਾਜ਼ ਦੀ ਰੈਕਗਨੀਸ਼ਨ ਹੈ ਕਿਉਂਕਿ ਉਹ ਖਾਲਿਸਤਾਨ ਅਫੇਅਰ ਸੈਂਟਰ ਦੇ ਥੱਲੇ ਹੋਏ ਜਿਹਨੂੰ 1991 ਤੋਂ ਅਸੀਂ ਜਿਹੜਾ ਪੰਥਕ ਏਜੰਡੇ ਨੂੰ ਅੱਗੇ ਤੋਰਨ ਦੇ ਲਈ ਜਿਹੜਾ ਇੱਕ ਪਲੇਟਫਾਰਮ ਹੈ ਸਾਡੇ ਕੋਲ। ਔਰ ਇਸ ਵਾਰ ਵਾਸ਼ਿੰਗਟਨ ਹੁੰਦਿਆਂ ਖਾਲਿਸਤਾਨ ਅਫੇਅਰ ਸੈਂਟਰ ਵਿੱਚ ਵੀ ਸਮਾਂ ਕੁਝ ਗੁਜ਼ਾਰਿਆ। ਬਹੁਤ ਜਿਹੜਾ ਉਹ ਸਾਰਾ ਜਿਹੜਾ ਪਿਛਲੇ ਪੀਰੀਅਡ 'ਚ ਬਹੁਤ ਘੱਟ ਸਮਾਂ ਦਿੱਤਾ ਜਾਂਦਾ ਸੀ। ਸੋ ਅਗਲੇ ਦਿਨ ਵੀ ਐਤਵਾਰ ਦਾ ਦੀਵਾਨ ਤੋਂ ਬਾਅਦ ਜਿਹੜਾ ਦੀਵਾਨ ਦੇ ਵਿੱਚ ਜਿੱਥੇ ਗੁਰਦੁਆਰਾ ਕਮੇਟੀ ਵੱਲੋਂ ਬੜੀ ਗਰਮਜੋਸ਼ੀ ਸੀ, ਉੱਥੇ ਵੀਰ ਕੁਲਦੀਪ ਸਿੰਘ ਜਿਨ੍ਹਾਂ ਦੀ ਮੇਜ਼ਬਾਨੀ ਦਾ ਅਸੀਂ ਆਨੰਦ ਵੀ ਮਾਣਿਆ, ਬੜਾ ਪਿਆਰਾ ਕਪਲ, ਉਹਨਾਂ ਦੀ ਛੋਟੀ 3 ਸਾਲ ਦੀ ਬੱਚੀ ਪਹਿਰ ਕੌਰ। ਔਰ ਮੈਂ ਸਮਝਦਾ ਵੀ ਬਹੁਤ ਵਾਰ ਜਦੋਂ ਅਸੀਂ ਮਾਪਿਓ ਦੇ ਰੋਲ ਦੀ ਗੱਲ ਕਰਦੇ ਵੀ ਕਿਵੇਂ ਉਸ ਬੱਚੀ ਨੇ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ, ਸਾਰਾ ਸ਼ਬਦ ਵੀ ਉਸ ਨੂੰ ਯਾਦ ਸੀ। ਔਰ ਗੁਰਦੁਆਰਾ ਸਾਹਿਬ 'ਚ ਜਾ ਕੇ ਵੀ ਜਿਵੇਂ ਰਾਗੀਆਂ ਦੇ ਪਿੱਛੇ ਬੈਠ ਕੇ ਔਰ ਪੂਰਾ ਜਿਹੜਾ ਜਿਵੇਂ ਔਰ ਉਹਨਾਂ ਦੇ ਮਾਤਾ ਜੀ ਦੱਸਦੇ ਸੀ ਮਦਰ ਉਹਨਾਂ ਦੇ ਕਿ ਉਹਨੇ ਪਸੰਦ ਵੀ ਕਲਾਸੀਕਲ ਸ਼ਬਦ ਨੇ ਔਰ ਉਹ ਸਾਰਾ ਇਹ ਵੀ ਇੱਕ ਤੁਹਾਡੇ ਲਈ ਪਰਿਵਾਰਕ ਨਿੱਘ ਦੀ ਗੱਲ ਵੀ ਹੁੰਦੀ ਹੈ ਜਦੋਂ ਤੁਸੀਂ ਇਸ ਕਿਸਮ ਦੀ ਆਪਣਤ ਦੇਖਦੇ ਹੋ। ਔਰ ਦੀਵਾਨ ਤੋਂ ਬਾਅਦ ਉੱਥੋਂ ਦੇ ਯੰਗਸਟਰਸ ਦੇ ਨਾਲ ਜਿਹੜਾ ਸਾਡਾ ਇੱਕ ਆਲਮੋਸਟ 1 ਘੰਟੇ ਦੀ ਗੱਲਬਾਤ ਵੀ ਸੀ ਅਨਕਨਵੈਨਸ਼ਨਲ ਤਰੀਕੇ ਨਾਲ ਕਿਉਂਕਿ ਹਰ ਇੱਕ ਦੀ ਚਾਹਨਾ ਹੁੰਦੀ ਹੈ। ਹਾਲਾਂ ਮੈਂ ਚਾਹੁੰਦਾ ਕਿ ਵੀ ਜਦੋਂ ਵੀ ਜਿੱਥੇ ਅਸੀਂ ਜਾਂਦੇ ਹਾਂ ਉੱਥੇ ਇੱਕ ਪ੍ਰੋਪਰ ਪਹਿਲਾਂ ਆਰਗੇਨਾਈਜ਼ ਕੀਤਾ ਹੋਏ ਵੱਡੀ ਗਿਣਤੀ 'ਚ ਨਾ ਸਹੀ ਜਿੰਨੇ ਕੁ ਵੀ ਨੇ ਬੱਚੇ ਬੱਚੀਆਂ ਉਹਨਾਂ ਦੇ ਔਰ ਉਹ ਇੰਡੀਪੈਂਡੈਂਟ ਹੋਣ, ਉਹਨਾਂ ਦੇ ਪੇਰੈਂਟਸ ਜਾਂ ਦੂਸਰੇ ਅਰਾਊਂਡ ਨਾ ਹੋਣ ਕਿਉਂਕਿ ਕੁਝ ਚੀਜ਼ਾਂ ਉਹ ਡਿਸਕਸ ਵੀ ਕਰਨਾ ਚਾਹੁੰਦੇ ਨੇ ਪਰ ਐਲਡਰਸ ਦੀ ਮੌਜੂਦਗੀ ਦੇ ਵਿੱਚ ਉਹ ਜਿਹੜੇ ਨੇ ਉਹ ਜੱਕਦੇ ਵੀ ਨੇ। ਪਰ ਇਹ ਵੀ ਇੱਕ ਬੜਾ ਜਿਹੜਾ ਬੜਾ ਕਲੋਜ਼ ਸੈਸ਼ਨ ਸੀ ਜਿਸ ਨੂੰ ਜਿਹੜਾ ਸਾਰਿਆਂ ਨੇ ਪਸੰਦ ਵੀ ਕੀਤਾ। ਔਰ ਇਸ ਸਾਰੇ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਦੇ ਲਈ ਖਾਸ ਤੌਰ ਤੇ ਭਾਈ ਗੁਰਦੇਵ ਸਿੰਘ ਔਰ ਉਹਨਾਂ ਦੀ ਸਿੰਘਣੀ ਸਾਹਿਬਾਂ ਬੀਬੀ ਜਸਵਿੰਦਰ ਕੌਰ ਕਲਾ ਮਾਜ਼ੂ ਮਿਸ਼ੀਗਨ ਤੋਂ ਸਾਡੇ ਨਾਲ ਆਏ ਸਨ
ਔਰ ਇੱਕ ਸਿੰਘ ਸਾਡੇ ਇੱਥੋਂ ਤੇਜਵੰਤ ਸਿੰਘ ਵਰਜੀਨੀਆ ਤੋਂ ਮੂਵ ਕੀਤੇ ਨੇ, ਉਹ ਵੀ ਸਾਡੇ ਨਾਲ ਹੀ ਰਹੇ। ਸੋ ਕੁੱਲ ਮਿਲਾ ਕੇ ਇਹ ਇੱਕ ਸਾਡੀ ਵੀਕਐਂਡ ਦੀ ਫੇਰੀ ਸੀ। ਔਰ ਜਦੋਂ ਤੁਸੀਂ ਗਲੋਬਲ ਜਾਂ ਦੂਜੇ ਦੀ ਗੱਲ ਕੀਤੀ, ਇਹਨਾਂ ਦਿਨਾਂ 'ਚ ਬਹੁਤ ਸਾਰੀਆਂ ਅਚੀਵਮੈਂਟਸ ਹੋਈਆਂ ਨੇ। 6 ਜੂਨ ਦਾ ਜਿਵੇਂ ਅਸੀਂ ਕਿਹਾ ਸੀ ਕਿ ਉਹ ਪੀਸਫੁਲੀ ਪਾਸ ਹੋ ਗਿਆ ਸਮਾਗਮ। ਬੇਸ਼ੱਕ ਅਕਾਲ ਤਖਤ ਸਾਹਿਬ ਤੇ ਹਮੇਸ਼ਾ ਵਾਂਗ ਉਹਦੀ ਇੰਪੋਰਟੈਂਸ ਘਟਾਉਣ ਦੇ ਲਈ ਮੀਡੀਆ ਨੇ ਔਰ ਸਰਕਾਰ ਔਰ ਅਕਾਲੀ ਦਲ ਬਾਦਲ ਇਹਨਾਂ ਦੀ ਮਿਲੀ ਭੁਗਤ ਰਹਿੰਦੀ ਹੈ। ਇੰਗਲੈਂਡ ਦੀਆਂ ਚੋਣਾਂ ਦੇ ਨਤੀਜੇ ਜਿਹੜੇ ਸੀ ਉਹ ਬੜੇ ਹਾਂ ਪੱਖੀ ਰਹੇ। ਬੇਸ਼ੱਕ ਸਰਕਾਰ ਤਾਂ ਲੇਬਰ ਪਾਰਟੀ ਦੀ ਨਹੀਂ ਬਣ ਸਕੀ, ਪਰ ਉਹਨਾਂ ਦੀ ਸਟਰੈਂਥ 'ਚ ਵੀ ਵਾਧਾ ਹੋਇਆ। ਔਰ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਇੱਕ ਸਿੰਘ ਔਰ ਇੱਕ ਸਿੰਘਣੀ, ਮੈਂ ਸਮਝਦਾ ਵੀ ਕੁਝ ਚੀਜ਼ਾਂ ਸਿੰਬੋਲਿਕ ਹੁੰਦੀਆਂ। ਦੋਵੇਂ ਹੀ ਤਨਮਨਜੀਤ ਸਿੰਘ ਢੇਸੀ ਔਰ ਬੀਬੀ ਪ੍ਰੀਤ ਕੌਰ ਗਿੱਲ ਦੋਨੋਂ ਹੀ ਪੰਥਕ ਸੋਚ ਰੱਖਣ ਵਾਲੇ ਨੇ। ਔਰ ਪਹਿਲੀ ਵਾਰ ਉਹਨਾਂ ਨੇ ਸਿੱਖੀ ਸਰੂਪ ਨਾਲ ਦਸਤਾਰਧਾਰੀ ਨੇ ਔਰ ਸਿੱਖ ਬੀਬੀ ਦਾ ਪਾਰਲੀਮੈਂਟ 'ਚ ਪਹੁੰਚਣਾ। ਔਰ ਉਹਨਾਂ ਦਾ ਜਿਨ੍ਹਾਂ ਨੂੰ ਸਿੱਖ ਫੈਡਰੇਸ਼ਨ ਨੇ ਐਂਡੋਰਸ ਕੀਤਾ ਸੀ, ਆਲਰੇਡੀ ਜਿਹੜੇ 10 ਨੁਕਤੇ ਸਿੱਖ ਏਜੰਡੇ ਦੇ ਨੇ ਉਸ ਦੇ ਨਾਲ ਉਹ ਸਹਿਮਤੀ ਰੱਖਦੇ ਨੇ। ਸੋ ਇੱਕ ਪੋਜ਼ਿਟਿਵ ਅਚੀਵਮੈਂਟ ਹੈ। ਇੰਗਲੈਂਡ ਦੇ ਵਿੱਚ ਜਿਵੇਂ ਅਸੀਂ ਦੱਸਿਆ ਸੀ ਕਿ ਬਹੁਤ ਵੱਡਾ ਪ੍ਰੋਟੈਸਟ ਵੀ ਹੋਇਆ ਔਰ ਹਜ਼ਾਰਾਂ ਦੀ ਗਿਣਤੀ 'ਚ ਉਸ ਦੀ ਸ਼ਮੂਲੀਅਤ ਔਰ ਉਹਦੇ ਨਾਲ ਇਹ ਪ੍ਰਾਪਤੀ ਆਪਣੇ ਆਪ ਦੇ ਵਿੱਚ ਇੱਕ ਮਾਅਨੇ ਰੱਖਦੀ ਹੈ। ਕੈਨੇਡਾ ਦੇ ਵਿੱਚ ਜਿਹੜਾ ਸਿੱਖਾਂ ਦਾ ਸਾਂਝਾ ਅਲਾਇੰਸ, ਉਹਨਾਂ ਨੇ ਇੱਕ ਮਾਪਦੰਡ ਐਸਟੈਬਲਿਸ਼ ਕੀਤਾ ਜਦੋਂ ਕਿ ਉਹਨਾਂ ਨੇ ਓਟਵਾ ਦੇ ਵਿੱਚ ਖਾਸ ਤੌਰ ਤੇ ਇਸ ਘੱਲੂਘਾਰੇ ਨਾਲ ਸੰਬੰਧਿਤ 10 ਜੂਨ ਦੀ ਜਿਹੜੀ ਹੈ ਉਹਨਾਂ ਦੀ ਰੈਲੀ ਸੀ ਔਰ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਸ਼ਾਮਲ ਹੋਈਆਂ। ਇਹ ਸ਼ੁਰੂਆਤ ਹੁੰਦੀ ਹੈ। ਕਈ ਵਾਰ ਜਦੋਂ ਤੁਸੀਂ ਕੋਈ ਇਵੈਂਟ ਨੂੰ ਅੱਗੇ ਤੋਰਨਾ ਹੈ ਉਸ ਦੇ ਨਾਲ ਜੁੜਿਆ ਹੋਇਆ ਪਾਰਟ। ਔਰ ਅਸੀਂ ਆਲਰੇਡੀ ਸੈਨ ਫਰਾਂਸਿਸਕੋ ਦੇ ਪ੍ਰੋਟੈਸਟ, ਨਿਊਯਾਰਕ ਦੇ ਪ੍ਰੋਟੈਸਟ ਦਾ ਜ਼ਿਕਰ ਕਰ ਚੁੱਕੇ ਹਾਂ। ਦੁਨੀਆ ਭਰ ਦੇ ਵਿੱਚ ਇਸ ਵਾਰ ਮੈਂ ਦੇਖਦਾ ਵੀ ਬਹੁਤ ਸਾਰੇ ਮੈਗਜ਼ੀਨਸ ਦੇ ਵਿੱਚ ਕੁਝ ਆਰਟੀਕਲ, ਮੈਂ ਇੱਕ ਸਾਬਕਾ 에ਅਰ ਫੋਰਸ ਆਫੀਸਰ ਦਾ ਰਾਈਟ ਅਪ ਦੇਖ ਰਿਹਾ ਸੀ ਔਰ ਲਗਾਤਾਰਤਾ ਨਾਲ ਬਹੁਤ ਸਾਰੇ ਮੀਡੀਆ ਨੇ ਹੁਣ ਜਿਹੜਾ ਕਿਤੇ ਨਾ ਕਿਤੇ ਪਛਤਾਵੇ ਦੀ ਲਾਈਨ, ਜਿਹੜੇ ਆਪਣੇ ਆਪ ਨੂੰ ਸੈਕੂਲਰ ਕਹਿੰਦੇ ਨੇ, ਉਹਨਾਂ ਨੂੰ ਇਹ ਲੱਗਦਾ ਵੀ ਸਿੱਖਾਂ ਦੇ ਨਾਲ ਜ਼ਿਆਦਤੀ ਹੋਈ। ਔਰ ਇਸ ਵਾਰ ਸੋਸ਼ਲ ਮੀਡੀਆ ਤੇ ਵੀ ਕੁਛ ਇਸ ਕਿਸਮ ਦੇ ਇੱਕ ਕਲਾਸ ਦਾ ਹੈ ਜਿਹੜੀ ਬਿਲਕੁਲ ਜ਼ਹਿਰ ਦੇ ਨਾਲ, ਜ਼ਹਿਰ ਦੀ ਵਪਾਰੀ ਹੈ। ਪਰ ਓਬਜੈਕਟਿਵ ਥਿੰਕਿੰਗ ਇਸ ਲਾਈਨ ਦੇ ਉੱਤੇ ਸ਼ੁਰੂ ਹੋਈ ਹੈ। ਸੋ ਆਲਰੇਡੀ ਇਹ ਜਿਹੜੀਆਂ ਸਾਡੀਆਂ ਇਵੈਂਟਸ ਨੇ ਇਹ ਐਸਟੈਬਲਿਸ਼ ਹੋ ਗਈਆਂ ਔਰ ਘੱਲੂਘਾਰਾ ਹਫਤਾ ਜਿਹੜਾ ਉਸ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਤਾਂ ਹੈ ਹੀ ਨੇ, ਜਿਹੜੀਆਂ ਦੁਖਦ ਯਾਦਾਂ ਨੇ। ਪਰ ਇਸ ਸਭ ਚੋਂ ਜਿਹੜੀ ਸਾਡੀ ਪ੍ਰੋਗਰੈਸ ਹੈ, ਅੱਗੇ ਨਿਕਲਣ ਦੀ ਚਾਹਨਾ ਹੈ, ਇਹ ਆਪਣੇ ਆਪ ਦੇ ਵਿੱਚ ਰਿਮਾਰਕੇਬਲ ਹੈ। ਔਰ ਸ਼ਾਇਦ ਸਾਡਾ ਜਿੱਥੇ ਸਿੱਖ ਕੌਮ ਦਾ ਇਨਸਾਫ ਲਈ ਖਲੋਣਾ, ਕੁਰਬਾਨੀ, ਸ਼ਹੀਦੀ, ਇਹ ਸਾਡੇ ਵਿਰਸੇ 'ਚ ਸਾਨੂੰ ਮਿਲਿਆ। ਉਹਦੇ 'ਚ ਪ੍ਰੋਟੈਸਟ ਤੇ ਰੈਲੀਆਂ ਕਈ ਵਾਰੀ ਹੁੰਦਾ ਹੈ, ਕਈਆਂ ਨੇ ਸ਼ਾਇਦ ਸਮਝਿਆ ਹੋਣਾ ਕਿ ਵੀ ਚਲੋ 6 ਜੂਨ ਦਾ ਪ੍ਰੋਟੈਸਟ ਰੈਲੀ ਹੋ ਗਈ, ਹੁਣ 2-3 ਮਹੀਨੇ ਵੇਲ ਹੋਏਗੀ, ਪਰ ਅਸੀਂ ਤੁਹਾਨੂੰ ਵੇਲੇ ਬਹਿਣ ਨਹੀਂ ਦੇਣਾ। ਕਿਉਂਕਿ ਹਿੰਦੂਤਵਾਦ ਦੀ ਵਿਚਾਰਧਾਰਾ ਨਾਲ ਅੱਜ ਭਾਰਤ 'ਚ ਘੱਟ ਗਿਣਤੀਆਂ, ਦਲਿਤ ਭਾਈਚਾਰਾ, ਆਦੀਵਾਸੀ ਸਭ ਦਾ ਗਲਾ ਘੁੱਟ ਰਹੀ ਜਿਹੜੀ ਵਿਚਾਰਧਾਰਾ ਹਿੰਦੂਤਵਾਦ ਦੀ, ਉਹਦਾ ਸਰਗਣਾ, ਉਹਦਾ ਮੁਖੀ ਮਰਡਰਰ ਨਰਿੰਦਰ ਮੋਦੀ, ਜਿਹੜਾ ਕਿ 25-26 ਜੂਨ ਨੂੰ ਅਮਰੀਕਾ ਆ ਰਿਹਾ। 25 ਜੂਨ ਦੀ ਉਹਦੀ ਵਾਸ਼ਿੰਗਟਨ ਦੇ ਵਿੱਚ ਔਰ 26 ਦੀ ਉਹਦੀ ਮੁਲਾਕਾਤ ਹੈ ਡੋਨਲਡ ਟਰੰਪ ਦੇ ਨਾਲ। ਔਰ ਆਲਰੇਡੀ ਅਸੀਂ ਇਹ ਬਿੜਕਤਾ ਰੱਖ ਰਹੇ ਸੀ, ਪਹਿਲਾਂ ਡੇਟਾਂ ਡਿਫਰੈਂਟ ਸੀ ਜਿਹੜੀਆਂ, ਪਰ ਇਹਨਾਂ ਨੇ ਐਡਵਾਂਸ ਕਰ ਦਿੱਤੀਆਂ। ਔਰ ਅੱਜ ਹੀ ਮੇਰੀ ਸਿੱਖਸ ਫਾਰ ਜਸਟਿਸ ਦੇ ਸਰਦਾਰ ਅਵਤਾਰ ਸਿੰਘ ਪੰਨੂ ਨਾਲ ਗੱਲ ਹੋ ਰਹੀ ਸੀ, ਕਿਉਂਕਿ ਜਦੋਂ ਮੈਨੂੰ 28-29 ਜੂਨ ਦਾ ਵੀ ਪਤਾ ਲੱਗਾ ਸੀ, ਮੈਂ ਕਿਹਾ ਸੀ ਕਿ ਵੀ ਇਸ ਦੇ ਪ੍ਰੋਟੈਸਟ ਦੀ ਤਿਆਰੀ ਕਰੀਏ। ਸੋ ਅੱਜ ਹੀ ਉਹਨਾਂ ਨਾਲ ਗੁਫ਼ਤਗੂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਆਲਰੇਡੀ ਪ੍ਰੋਟੈਸਟ ਸੰਬੰਧੀ ਜਿਹੜੀ ਹੈ ਉਹਨਾਂ ਨੇ ਪੋਸਟਰ ਵੀ ਜਾਰੀ ਕਰ ਦਿੱਤਾ। ਔਰ ਕਿਉਂਕਿ 25-26 ਜੂਨ ਦੇ ਵਿੱਚ ਅਜੇ ਉਹ ਐਗਜ਼ੈਕਟ ਕਿੱਥੇ ਕੀ ਹੈ ਟਾਈਮਿੰਗ ਸਾਹਮਣੇ ਨਹੀਂ ਹੈ, ਪਰ ਉਹਨਾਂ ਦਾ ਇਹ ਕਹਿਣਾ ਸੀ ਕਿ ਭਾਵੇਂ ਅਸੀਂ 25 ਨੂੰ ਸਿੰਬੋਲਿਕ ਪ੍ਰੋਟੈਸਟ ਹੀ ਕਰੀਏ, ਥੋੜੇ ਹੀ ਸੱਜਣ ਹੋਣ, ਜਿੱਥੇ ਵੀ ਆਏਗਾ ਹੋਏਗਾ ਕਰਾਂਗੇ। ਔਰ 26 ਜੂਨ ਨੂੰ ਜਿੱਥੇ ਉਹਦੀ ਮੁਲਾਕਾਤ ਟਰੰਪ ਦੇ ਨਾਲ ਹੋਏਗੀ, ਵੈਨਿਊ ਨਹੀਂ ਹੈ, ਪਰ ਮੇਰਾ ਖਿਆਲ ਹੈ ਕਿ ਵੀ ਇਸ ਲੈਵਲ ਦੀਆਂ ਮੁਲਾਕਾਤਾਂ ਵਾਈਟ ਹਾਊਸ ਦੇ ਵਿੱਚ ਹੀ ਹੁੰਦੀਆਂ ਨੇ। ਸੋ 26 ਜੂਨ ਮੰਡੇ ਦਾ ਦਿਨ ਹੈ। ਸੋ 25 ਵਾਲੇ ਲਈ ਤਾਂ ਚਲੋ ਲੋਕਲ ਜਿਹੜੇ ਨੇ ਉਹ ਇਨਵੋਲਵ ਹੋ ਸਕਦੇ ਨੇ। ਸੋ ਆਪਣੇ ਕੈਲੰਡਰ ਤੇ ਖਾਸ ਤੌਰ ਤੇ
ਜਿਹੜੇ ਕੰਮਾਂਕਾਰਾਂ ਵਾਲੇ ਵੀਰ ਭੈਣਾਂ ਨੇ ਉਹ ਮਾਰਕ ਕਰ ਲਓ, ਕਿਉਂਕਿ ਜਿਸ ਕਿਸਮ ਦੀ ਇਹ ਜਿਹੜੀ ਹੈ ਹਾਈਪ ਹਿੰਦੂ ਤਵੀਆਂ ਨੇ ਆਪਣੀ ਆਈਡੀਓਲੋਜੀ ਨੂੰ ਲੈ ਕੇ ਕ੍ਰੀਏਟ ਕੀਤੀ, ਔਰ ਜਿਸ ਕਿਸਮ ਦਾ ਜ਼ੁਲਮ ਉਹ ਗਊ ਰਕਸ਼ਾ ਦੇ ਨਾਂ ਥੱਲੇ ਹੋਏ, ਉਹ ਨੈਸ਼ਨਲ ਐਂਥਮ ਦੇ ਨਾਂ ਥੱਲੇ ਹੋਏ, ਕੋਈ ਹੋਰ ਲਾਈਨ ਥੱਲੇ ਹੋਏ। ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਰਾਦਰ ਆਊਟਰੀਚ ਵੀ ਕਰੀਏ ਕ੍ਰਿਸਚਨ ਆਰਗੇਨਾਈਜੇਸ਼ਨਸ ਨਾਲ, ਮੁਸਲਮਾਨ ਕਸ਼ਮੀਰੀ ਨਾਗਿਆਂ ਦੀ, ਔਰ ਇਹ ਇੱਕ ਮੈਸਿਵ ਪ੍ਰੋਟੈਸਟ ਹੋਣਾ ਚਾਹੀਦਾ ਹੈ। ਸੋ ਆਲਰੇਡੀ ਆਉਣ ਵਾਲੇ ਦਿਨਾਂ 'ਚ ਜਿਉਂ ਹੋਰ ਜਾਣਕਾਰੀ ਮਿਲੇਗੀ ਅਸੀਂ ਸਾਂਝੀ ਕਰਾਂਗੇ, ਲੇਕਿਨ ਅਸੀਂ ਦੱਸ ਦਈਏ ਕਿ ਵੀ ਇਹ ਪ੍ਰੋਟੈਸਟਾਂ ਦਾ ਸੀਜ਼ਨ ਖਤਮ ਨਹੀਂ ਹੋਇਆ। ਜਿਵੇਂ ਗਰਮੀ ਹੁਣ ਆਈ ਹੈ, ਅਜੇ 90+ ਹੈ, ਤੇ ਇਵੇਂ ਹੀ ਜਿਹੜਾ ਸਾਡੇ 'ਚ ਇੰਨੀ ਕੁ ਗਰਮਜੋਸ਼ੀ ਹੋਣੀ ਚਾਹੀਦੀ ਹੈ ਕਿ ਵੀ ਇਸ ਗਰਮੀਆਂ ਦੇ ਮਹੀਨੇ 'ਚ ਇਹਨਾਂ ਨੂੰ ਜਿਹੜੇ ਇਹ ਗਰਮ ਸਿਰ ਵਾਲੇ ਨੇ, ਹੌਟ ਹੈਡਡ ਹਿੰਦੂ ਤਵੀ, ਇਹਨਾਂ ਨੂੰ ਮੈਸੇਜ ਦਈਏ ਕਿ ਵੀ ਅਸੀਂ ਵੀ ਬਿਲਕੁਲ ਸਿਰ ਠੰਡੇ ਕਰਕੇ ਨਹੀਂ ਬੈਠੇ, ਅਸੀਂ ਵੀ ਸਿਰ ਤੱਤਾ ਕਰ ਸਕਦੇ ਹਾਂ। ਔਰ ਇਸ ਦੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਵੀ ਕੱਲਾ ਸਿਰਫ ਇਹਨਾਂ ਹਿੰਦੂ ਤਵੀਆਂ ਦੇ ਏਜੰਡੇ ਥੱਲੇ ਇਹੀ ਨਹੀਂ ਹੈ ਕਿ ਉਹਨਾਂ ਨੇ ਆਪਣੇ ਏਜੰਡੇ ਨੂੰ ਹਰ ਇੱਕ ਨੂੰ ਹਿੰਦੂ ਬਣਾਉਣ ਦਾ, ਜਾਂ ਘੱਟ ਗਿਣਤੀਆਂ ਜਾਂ ਉਹਨਾਂ ਦੀਆਂ ਇਤਿਹਾਸਕ ਪਰੰਪਰਾਵਾਂ, ਉਹਨਾਂ ਦੇ ਪ੍ਰਾਈਡ ਨੂੰ ਤੋੜਨਾ। ਈਵਨ ਜਿਹੜਾ ਐਗਜ਼ਿਸਟਿੰਗ, ਭਾਵੇਂ ਉਹ ਸੌਫਟ ਹਿੰਦੂ ਤਵਾਈ ਸੀ, ਗਾਂਧੀ ਤੋਂ ਵੱਡਾ ਕਿਹੜਾ ਹਿੰਦੂ ਤਵੀ ਹੋ ਸਕਦਾ ਹੈ? ਸ਼ੰਕਰਾ ਤੋਂ ਬਾਅਦ 1000 ਸਾਲ ਬਾਅਦ ਗਾਂਧੀ ਨੇ ਆਪਣੀ ਬੜੇ ਮਿੱਠੀ, ਚਲਾਕ ਔਰ ਉਸ ਕਿਸਮ ਦੀ ਰਾਮ ਰਾਜ ਦੀ ਵਿਚਾਰਧਾਰਾ ਦੇ ਨਾਲ ਹਿੰਦੂਤਵਾ ਨੂੰ ਲਿਆ ਕੇ ਫਰੰਟ ਬਰਨਰ ਤੇ ਖੜਾ ਕੀਤਾ। ਪਰ ਇਹ ਜਿਹੜੀ ਵਿਚਾਰਧਾਰਾ ਹੈਡਗਵੇਅਰ ਜਾਂ ਗੋਲਵਲਕਰ ਔਰ ਅੱਜ ਜਿਨ੍ਹਾਂ ਦੇ ਹੱਥ 'ਚ ਮੋਹਨ ਭਾਗਵਤ ਤੱਕ ਜਿਹੜਾ ਪਹੁੰਚਿਆ, ਇਹਨਾਂ ਨੂੰ ਇਹ ਵੀ ਜਿਹੜਾ ਉਹ ਪਾਉਂਦਾ ਨਹੀਂ ਸੀ। ਔਰ ਇਹਨਾਂ ਦੇ ਇੱਕ ਜਿਹੜੇ ਟ੍ਰੇਨਡ ਕੀਤੇ ਹੋਏ ਮੈਂਟਲ ਬ੍ਰੇਨ ਵਾਸ਼ ਜਿਹਨੂੰ ਅਸੀਂ ਕਹਿੰਦੇ ਹਾਂ, ਨਥੂਰਾਮ ਗੌਡਸਾ, ਉਹਨੇ ਗਾਂਧੀ ਦਾ ਅੰਤ ਕੀਤਾ। ਲੇਕਿਨ ਇਹ ਗੱਲ ਸਿਰਫ ਇਹ ਨਹੀਂ ਹੈ ਕਿ ਵੀ ਇਹਨਾਂ ਨੇ ਜਿਹੜਾ ਹਿੰਦੂਤਵਾ ਦੇ ਥੱਲੇ ਹਰ ਇੱਕ ਨੂੰ ਹਿੰਦੂ ਬਣਾਉਣ ਦੀ ਲਾਈਨ ਹੈ। ਕਿਵੇਂ ਇਹ ਰਾਸ਼ਟਰੀ ਗਾਨ ਜਿਹੜਾ ਬਣਾਇਆ ਹੋਇਆ ਇਹਨਾਂ ਨੇ, ਜਨ ਗਣ ਮਨ, ਉਹਨੂੰ ਵੀ ਨਹੀਂ ਮੰਨਦੇ ਹੈ, ਤਿਰੰਗੇ ਨੂੰ ਵੀ ਨਹੀਂ ਮੰਨਦੇ, ਗਾਂਧੀ ਨੂੰ ਵੀ ਹੁਣ ਉਹ ਕਿਵੇਂ ਬਿਲਿਟਲ ਕਰਨ ਦੀ, ਔਰ ਜਦੋਂ ਤੁਸੀਂ ਕਿਸੇ ਪ੍ਰਤੀ ਅਪਸਤਕਾਰਤ ਭਾਵ ਕਹਿੰਦੇ ਹੋ, ਔਰ ਗਾਂ ਦਾ ਕਿੰਨਾ ਕੁਛ ਹੈ। ਮੈਨੂੰ ਇੱਕ ਸੱਜਣ ਦੱਸ ਰਹੇ ਸੀ, ਸਾਡੇ ਵੀਰ ਜਸਪਾਲ ਸਿੰਘ ਵਾਸ਼ਿੰਗਟਨ, ਕਿਸੇ ਕਾਰਟੂਨ ਦਾ ਜ਼ਿਕਰ ਕਰ ਰਹੇ ਸੀ। ਉਹ ਕਹਿੰਦਾ ਜੀ ਕਿ ਵੀ ਉੱਤੇ ਟਾਹਣੀ ਦੇ ਉੱਤੇ ਕਾਂ ਬੈਠਾ ਤੇ ਥੱਲੇ ਮੋਰ ਹੈ। ਹੁਣ ਮੋਰ ਜਿਹੜਾ ਪੀਕੌਕ ਹੈ, ਇਹ ਨੈਸ਼ਨਲ ਬਰਡ ਹੈ, ਤੇ ਕਾਂ ਉਤੋਂ ਕਹਿ ਰਿਹਾ ਕਾਊ ਕਾਊ ਕਾਊ, ਕਿ ਉਹ ਕਾਂ ਨਹੀਂ ਕਹਿ ਰਿਹਾ, ਗਾਂ ਕਹਿ ਰਿਹਾ। ਤੇ ਪੀਕੌਕ ਉੱਤੇ ਕਰਕੇ ਕਹਿੰਦਾ ਹੁਣ ਤੂੰ ਮੇਰਾ ਨੈਸ਼ਨਲ ਬਰਡ ਦਾ ਟਾਈਟਲ ਖੋਏਗਾ, ਤੈਨੂੰ ਬਣਾ ਦੇਣਾ ਬੀਜੇਪੀ ਨੇ ਕਿ ਤੂੰ ਰਾਸ਼ਟਰੀ ਪੰਛੀ ਹੈ, ਕਿਉਂਕਿ ਤੂੰ ਗਾਂ ਕਰ ਰਿਹਾ। ਉਹ ਕਾਂ ਦੀ ਥਾਂ ਤੇ ਕਾਊ ਕਾਊ ਕਹਿ ਰਿਹਾ। ਸੋ ਇੱਕ ਪਾਸੇ ਤਾਂ ਉਹਨਾਂ ਨੇ ਇਸ ਕਿਸਮ ਦਾ ਅੰਦਾਜ਼ ਬਣਾਇਆ ਹੋਇਆ, ਦੂਸਰਾ ਪਾਸਾ ਅਮਿਤ ਸ਼ਾਹ ਨੇ ਜਿਹੜਾ ਬੀਜੇਪੀ ਦਾ ਪ੍ਰੈਜ਼ੀਡੈਂਟ, ਇੱਕ ਆਪਣੀ ਕਿਸਮ ਦਾ ਮਰਡਰਰ, ਹੋਮ ਮਿਨਿਸਟਰ ਰਿਹਾ ਗੁਜਰਾਤ ਦਾ, ਔਰ ਉਹਦੇ ਬਿਆਨ ਨੂੰ ਲੈ ਕੇ ਭਾਵੇਂ ਚਰਚਾ ਹੈ ਬੜੀ, ਕਾਂਗਰਸ ਨੇ ਕਿਹਾ ਮਾਫੀ ਮੰਗੇ, ਉਹਨੇ ਕਿਹਾ, ਪਰ ਅਸੀਂ ਕਿਉਂਕਿ MK ਗਾਂਧੀ ਹੋਏ ਜਾਂ ਇਹ ਹੋਏ, ਫਰਕ ਤਾਂ ਇਹਨਾਂ 'ਚ ਕੋਈ ਨਹੀਂ ਹੈ, ਸੌਫਟ ਔਰ ਹਾਰਡ ਹਿੰਦੂਤਵ ਹੈ। ਲੇਕਿਨ ਈਵਨ ਇਹਨਾਂ ਨੂੰ ਅੱਜ ਗਾਂਧੀ ਵਰਗਾ ਇੰਨਾ ਵੱਡਾ ਹਿੰਦੂਤਵੀ ਲੀਡਰ ਵੀ ਜਿਹੜਾ ਹੈ, ਉਹਨੂੰ ਮਾਰਿਆ ਤਾਂ ਉਹਨਾਂ ਨੇ ਹੈ, ਔਰ ਉਹਦੀ ਆਈਡੀਓਲੋਜੀ ਨੂੰ ਵੀ ਹੌਲੀ ਹੌਲੀ ਨਕਾਰ ਰਹੇ ਨੇ, ਪਰ ਉਹਨੂੰ ਵੀ ਕਿਵੇਂ ਹੁਣ ਬਿਲਿਟਲ ਕਰ ਰਹੇ ਨੇ। ਔਰ ਇਸ ਦੀ ਉਦਾਹਰਣ ਸੀ ਕਿ ਬਈ ਉਹਨੇ ਜਿਹੜਾ ਇੱਕ ਗੈਦਰਿੰਗ ਰਾਏਪੁਰ ਦੇ ਵਿੱਚ ਉਹਨੇ ਐਡਰੈਸ ਕੀਤੀ, ਔਰ ਉਹਦੇ 'ਚ ਜਿਹੜੇ ਉਹਦੇ ਐਗਜ਼ੈਕਟ ਸ਼ਬਦ ਨੇ, ਕਿਉਂਕਿ ਮੀਡੀਆ ਨੇ ਕੋਈ ਇੱਕ ਲਾਈਨ ਦਿੱਤੀ, ਕੋਈ ਦੂਜੀ ਦਿੱਤੀ, ਫਿਰ ਉਹਦੇ ਤੇ ਚਰਚਾ ਰਹੀ, ਤੇ ਉਹਦੇ ਹਿੰਦੀ ਨੂੰ ਹੀ ਉਹਨਾਂ ਨੇ ਰੋਮਨਾਈਜ਼ ਇੰਗਲਿਸ਼ ਦੇ ਵਿੱਚ ਲਿਖਿਆ, ਮੈਂ ਉਹਨੂੰ ਹੀ ਪੜ੍ਹਦੇ ਨੇ। ਉਹਦੇ 'ਚ ਉਹਨੇ ਕਿਹਾ, कांग्रेस किसी एक विचारधारा के आधार पर, किसी एक सिद्धांत के आधार पर बनी हुई पार्टी ही नहीं है, वो आज़ादी प्राप्त करने का एक स्पेशल पर्पस व्हीकल है, आज़ादी प्राप्त करने की एक साधन था। पहले तो उन्हें इस ते ही सवालिया निशान लाया, उन्हें कहा जी ये कोई आइडियोलॉजी थोड़ी सी। उनका मतलब ये है कि जदों वो कांग्रेस, भावें कांग्रेस भी ਹਿਪੋਕਰੇਟ ਉਹਨਾਂ ਦਾ ਰਿਹਾ, ਪਰ ਉਹਨਾਂ ਨੇ ਆਪਣਾ ਸਾਹਮਣੇ ਤਾਂ ਸੈਕੂਲਰਿਜ਼ਮ ਰੱਖਿਆ, ਔਰ ਉਹਦੇ ਤੇ ਹੀ ਬੇਸਡ ਉਹਨਾਂ ਦੀ ਸਟਰਗਲ ਸੀ, ਉਹਦੇ ਤੇ ਹੀ ਬੇਸਡ ਉਹਨਾਂ ਨੇ ਕਨਸਟੀਟਿਊਸ਼ਨ ਬਣਾਇਆ। ਸੋ ਉਹਨਾਂ ਨੂੰ ਇਹ ਕਹਿੰਦਾ ਕਿ ਉਹ ਤਾਂ ਇੱਕ ਵਹੀਕਲ ਸੀ, ਆਈਡੀਓਲੋਜੀ ਥੋੜੀ ਸੀ। ਆਈਡੀਓਲੋਜੀ ਤਾਂ ਜਿਹੜੀ ਆ ਉਹ ਹਿੰਦੂਤਵਾ ਹੀ ਆ, ਉਹ ਇਹ ਕਹਿਣਾ ਚਾਹੁੰਦਾ ਜੀ। और इसीलिए महात्मा गांधी ने दूरअंदेशी के साथ बहुत चतुर बानिया था। वो उसको मालूम था आगे क्या होने वाला है। उसने आज़ादी के बाद तुरंत कहा था कांग्रेस को बिखेर देना चाहिए।
ਹੁਣ ਜਿਹਦੇ ਤੇ ਆਬਜੈਕਸ਼ਨ ਹੋ ਰਿਹਾ ਉਹਨੇ ਕਿਹਾ ਕਿ ਗਾਂਧੀ ਜਿਹੜਾ ਬਹੁਤ ਚਤੁਰ ਬਣੀਆਂ ਥਾ। ਹੁਣ ਅਮਿਤ ਸ਼ਾਹ ਖੁਦ ਵੀ ਬਣੀਆਂ ਰੇਸ ਹੈ ਗੁਜਰਾਤ ਦੀ। ਹੁਣ ਜਦੋਂ ਅਸੀਂ ਜੇ ਕਿਸੇ ਸਿੱਖ ਨੇ ਕਿਹਾ ਹੁੰਦਾ ਤਾਂ ਇਹਨਾਂ ਨੇ ਜਿਹੜਾ ਉਹ ਸੈਡੀਸ਼ਨ ਦਾ ਚਾਰਜ ਲਾਇਆ ਹੁੰਦਾ ਕਿ ਫਾਦਰ ਆਫ ਦਾ ਨੇਸ਼ਨ ਦੀ ਜਿਹੜੀ ਆ ਉਹ ਤੋਹੀਨ ਕਰ ਦਿੱਤੀ। ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਇਹ ਜਿਹੜਾ ਹੈ ਸਿੱਖ ਲੀਡਰਸ਼ਿਪ 47 ਦੇ ਦੌਰ 'ਚ ਇੱਕ ਪਾਸੇ ਲੰਡਨ ਰਿਟਰਨਡ ਗੰਗੂ ਦੀ ਔਲਾਦ ਨਹਿਰੂ ਔਰ ਇਹ ਬਣੀਆਂ ਗਾਂਧੀ ਔਰ ਇਹ ਅੰਗਰੇਜ਼ ਬਣੀਆਂ ਕੰਟਰੀ ਆਫ ਸ਼ਾਪਕੀਪਰਸ ਜਿਨ੍ਹਾਂ ਨੇ ਆਪਣੇ ਇੰਟਰਸਟ ਮਹਿਫੂਜ਼ ਕੀਤੇ, ਤੇ ਫਿਰ ਉਹ ਸਾਡੇ ਹੀ ਕਈ ਕਹਿਣਗੇ ਜੀ ਇਹ ਜਰਾ ਹਾਰਸ਼ ਲੈਂਗੁਏਜ ਹੁੰਦੀ ਹੈ, ਇਹ ਤਾਂ ਨਹੀਂ ਹੈ ਹੁਣ ਉਹ ਫਾਦਰ ਆਫ ਦਾ ਨੇਸ਼ਨ ਹੈ, ਚਲੋ ਨਹੀਂ ਹੈ ਉਹਨੂੰ ਮਹਾਤਮਾ ਨਾ ਕਹੋ ਉਹਨੂੰ। ਪਰ ਹੁਣ ਇੱਕ ਬੀਜੇਪੀ ਪਾਰਟੀ ਜਿਹੜੀ ਰੂਲਿੰਗ ਹੈ ਉਹਦਾ ਪ੍ਰੈਜ਼ੀਡੈਂਟ ਹੈ ਉਹਨੂੰ ਕਹਿ ਰਿਹਾ ਕਿ ਵੀ ਇਹ ਬੜਾ ਚਤੁਰ ਬਣੀ। ਉਹਦੀ ਗੱਲ ਗਲਤ ਨਹੀਂ ਹੈ, ਲੇਕਿਨ ਜਿਸ ਕੌਨਟੈਕਸਟ 'ਚ ਉਹ ਗੱਲ ਕਰ ਰਿਹਾ ਹੈ ਉਹ ਇਹ ਦੱਸ ਰਿਹਾ ਕਿ ਉਹ ਬੜਾ ਚਤੁਰ ਬਾਣੀਆ ਸੀ, ਉਹਨੇ ਇੱਕ ਸਟੈਪ ਅਚੀਵ ਕੀਤਾ ਜੀ। ਉਹਨੇ ਸੈਕੂਲਰਿਜ਼ਮ ਦੇ ਨਾਂ ਥੱਲੇ ਇੱਕ ਝੂਠੀ ਪਾਰਟੀ ਖੜੀ ਕੀਤੀ, ਇਸ ਲਈ ਉਹ ਚਤੁਰ ਬਾਣੀਆ ਕਹਿੰਦਾ ਸੀ ਕਿ ਜੀ ਉਹਨੂੰ ਬੰਦ ਕਰ ਦਿਓ। ਕਾਂਗਰਸ ਨੇ ਕੀਤਾ ਨਹੀਂ ਔਰ ਜਿਹੜੀ ਹੈ ਉਹ ਇਹ ਸਾਰੇ ਦਾ ਹੁਣ ਉਹ ਕੰਮ ਅਸੀਂ ਕਰ ਰਹੇ ਹਾਂ ਕਿ ਉਹ ਤਾਂ ਬਖੇਰੇ ਹੀ ਨਹੀਂ, ਉਹਨਾਂ ਨੇ ਖਤਮ ਨਹੀਂ ਕੀਤੀ ਕਾਂਗਰਸ ਔਰ ਅਸੀਂ ਇਸ ਸਾਰੇ ਨੂੰ ਕਰ ਰਹੇ ਹਾਂ। ਔਰ ਇਹਦੇ ਤੇ ਜਿਹੜਾ ਕਾਂਗਰਸ ਦਾ ਸਪੋਕਸਪਰਸਨ ਹੈ ਰਾਜਦੀਪ ਸੁਰਜੇਵਾਲਾ ਉਹਨੇ ਕਮੈਂਟ ਕੀਤਾ ਕਿ ਜੀ ਇਹ ਅਸੀਂ ਇਹ ਦੇਸ਼ ਨੂੰ ਕਿੱਧਰ ਲਿਜਾ ਰਹੇ ਨੇ ਔਰ ਇਹ ਬੀਜੇਪੀ ਔਰ ਅਮਿਤ ਸ਼ਾਹ ਔਰ ਮੋਦੀ ਇਹ ਮਾਫੀ ਮੰਗਣ ਦੇਸ਼ ਤੋਂ, ਫੈਮਲੀਜ਼ ਆਫ ਫਰੀडम ਫਾਈਟਰਸ ਤੋਂ, ਫਰੀडम ਮੂਵਮੈਂਟ ਉਹਨਾਂ ਨੇ ਇਨਸਲਟ ਕੀਤਾ। ਹੁਣ ਤੁਸੀਂ ਜਦੋਂ ਦੇਖਦੇ ਹੋ ਕਿ ਬਈ ਨਾਲੇ ਉਹਨੇ ਸੁਰਜੇਵਾਲਾ ਨੇ ਕਿਹਾ ਔਰ ਇਹ ਵੀ ਗੱਲ ਗਲਤ ਨਹੀਂ ਹੈ ਜਿਹੜੀ ਸੁਰਜੇਵਾਲਾ ਨੇ ਕਿਹਾ, ਉਹਨੇ ਕਿਹਾ ਜੀ ਅਮਿਤ ਸ਼ਾਹ who himself is a trader of power is today saying that the freedom movement was a business model, but in reality before independence Britishers used RSS and Hindu Mahasabha as special purpose vehicles SPV for partition of the country. Similarly today BJP is acting as a special power vehicle for few corporates for taking care of their business interests. ਹੁਣ ਇਹ ਬਾਣੀਏ ਇੱਕ ਦੂਜੇ ਦੇ ਭੇਦ ਖੋਲ ਰਹੇ ਨੇ। ਉਹਨੇ ਕਿਹਾ ਜੀ ਬਹੁਤ ਚਤੁਰ ਬਾਣੀਆਂ ਸੀ ਗਾਂਧੀ, ਉਹਨੇ ਤਾਂ ਸੈਕੂਲਰਿਜ਼ਮ ਦਾ ਯੂਜ਼ ਕੀਤਾ ਫਰਾਡ, ਤੇ ਉਹਨੇ ਕਿਹਾ ਜੀ ਹੁਣ ਮਿਲ ਗਈ ਆਜ਼ਾਦੀ ਖਤਮ ਕਰ ਦਿਓ। ਤੇ ਇਹ ਕਾਂਗਰਸ ਦਾ ਹੁਣ ਸਪੋਕਸਮੈਨ ਕਹਿ ਰਿਹਾ ਕਿ ਜੀ ਇਹ ਤਾਂ ਬ੍ਰਿਟਿਸ਼ਰਸ ਦੇ ਸਟੂਜ ਸੀ RSS ਔਰ ਹਿੰਦੂ ਮਹਾਸਭਾ ਔਰ ਇਹਨਾਂ ਨੂੰ ਇਹ ਅੱਜ ਜਿਹੜਾ ਕਾਰਪੋਰੇਟ ਇੰਡੀਆ ਹੈ ਰਿਲਾਇੰਸ ਦੂਜੇ ਬਣੀ ਹੈ ਉਹ ਇਹਨਾਂ ਨੂੰ ਸਪੈਸ਼ਲ ਪਾਵਰ ਵਹੀਕਲ ਦੇ ਯੂਜ਼ ਦੇ ਤੌਰ ਤੇ ਯੂਜ਼ ਕਰ ਰਹੇ ਨੇ। ਹੁਣ ਥਰਡ ਇਸ ਸਾਰੇ 'ਚ ਇਹ ਰੂਲਿੰਗ ਔਰ ਆਪੋਜੀਸ਼ਨ ਕਿਵੇਂ ਇੱਕ ਦੂਜੇ ਦੇ ਨਾਲ ਸੌਫਟ ਹਿੰਦੂਤਵਾ ਔਰ ਹਾਰਡ ਹਿੰਦੂਤਵਾ ਦਾ ਫਰੈਂਡਲੀ ਮੈਚ ਖੇਡ ਰਹੇ ਨੇ ਔਰ ਮੀਡੀਆ ਕਿਸ ਲੈਵਲ ਤੱਕ ਜਿਹੜਾ ਅੱਜ ਹਿੰਦੂਤਵਾ ਦੇ ਘਨਾੜੇ ਚੜਿਆ ਹੋਇਆ ਹੈ ਜਾਂ ਉਹਨਾਂ ਦੀ ਬੋਲੀ ਬੋਲ ਰਿਹਾ ਹੈ। ਕੰਕਲੂਡਿੰਗ ਹੈ ਉਹਦੇ ਕਹਿੰਦਾ ਫਰੋਮ ਸ਼ਾਹ ਸਟੇਟਮੈਂਟ, PTI ਦੀ ਸਟੋਰੀ ਹੈ ਜੀ। ਫਰੋਮ ਸ਼ਾਹ ਸਟੇਟਮੈਂਟ ਇਟ ਸੀਮਸ the BJP chief was trying to praise the Mahatma for his foresight to predict what the BJP believes to be irreversible decline of Congress, but ended up using wrong words, especially at a time when caste politics is one of the major issues facing the country. ਹੁਣ ਮੀਡੀਆ ਕਹਿ ਰਿਹਾ ਜੀ ਵੈਸੇ ਤਾਂ ਅਮਿਤ ਸ਼ਾਹ ਨੇ ਜਦੋਂ ਬਹੁਤ ਚਤੁਰ ਬਣੀਆਂ ਕਿਹਾ ਉਹ ਤਾਂ ਤਾਰੀਫ ਕਰ ਰਿਹਾ ਸੀ ਗਾਂਧੀ ਦੀ, ਪਰ ਉਹਨੂੰ ਜ਼ਿਆਦਾ ਠੀਕ ਸ਼ਬਦ ਨਹੀਂ ਮਿਲੇ ਔਰ ਕਿਉਂਕਿ ਅੱਜ ਕੱਲ ਕਾਸਟਿਸਟ ਪੋਲਿਟਿਕਸ ਚੱਲ ਰਹੀ ਹੈ ਇਸ ਲਈ ਇਹਨਾਂ ਨੂੰ ਓਵਰਪਲੇ ਕੀਤਾ ਜਾ ਰਿਹਾ ਔਰ ਵੈਸੇ ਉਹਨੇ ਜੋ ਕਿਹਾ ਉਹ ਗਾਂਧੀ ਦੀ ਤਾਰੀਫ ਕਰ ਰਿਹਾ ਸੀ। ਹੁਣ ਇਹ ਤੁਸੀਂ ਦੇਖੋ ਇਹਨਾਂ ਦਾ ਔਰ ਮੇਰਾ ਇੱਕ ਐਨਕਾਊਂਟਰ ਬਰੀਫ ਜਿਹਾ ਹੋਇਆ ਬਰੀਫਿੰਗ ਦੇ ਦੌਰਾਨ ਪ੍ਰੈਸ ਟਰਸਟ ਆਫ ਇੰਡੀਆ ਦਾ ਲਲਿਤ ਝਾ ਜਿਹੜਾ ਕਿ ਬਿਊਰੋ ਚੀਫ ਹੈ ਉਹਨਾਂ ਦਾ, ਉਹ ਉੱਥੇ ਬੈਠਾ ਮੈਂ ਦੇਖ ਲਿਆ ਪਿੱਛੇ ਉਸ ਰੂਮ ਦੇ। ਜਿਉਂ ਹੀ ਬਰੀਫਿੰਗ ਖਤਮ ਹੋਈ ਮੈਂ ਆਈ ਵਾਕ ਟੂ ਹਿਮ ਹੈਲੋ ਕਹਿ ਕੇ ਉਹਨੂੰ ਮੈਂ ਪਹਿਲਾਂ ਤਾਂ ਤਾਰੀਫ ਹੀ ਕੀਤੀ। ਮੈਂ ਕਿਹਾ ਜੀ ਰਿਲੇਟਿਵਲੀ ਤੁਹਾਡੀਆਂ ਜਿਹੜੇ ਡਿਸਪੈਚ ਹੁੰਦੇ ਨੇ ਉਹ ਫੇਅਰ ਹੁੰਦੇ। ਰਿਲੇਟਿਵਲੀ ਦਾ ਮਤਲਬ ਹੈ ਬਾਕੀ ਖੁੱਲ ਕੇ ਨੰਗਾ ਨਾਚ ਕਰਦੇ ਨੇ, ਤੁਸੀਂ ਜਰਾ ਪਰਦੇ 'ਚ ਕਰ ਦਿਓ। ਉਹਨੇ ਵੀ ਚਲੋ ਥੈਂਕ ਯੂ ਕੀਤਾ। ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਜੀ ਬਾਈ ਦੀ ਵੇ ਇਹ NDTV ਦਾ ਪ੍ਰਣਬ ਰॉय ਔਰ ਉਹਦੀ ਵਾਈਫ ਦੇ ਖਿਲਾਫ ਜਿਹੜੇ ਰੇਡ ਹੋਏ ਨੇ ਔਰ ਸਾਰਾ ਕਰ ਰਹੇ ਨੇ, ਉਹ ਕਹਿੰਦਾ ਜੀ ਲਾਅ ਵਿਲ ਇਟ ਟੇਕ ਇਟਸ ਓਨ ਕੋਰਸ, ਇਹ ਤਾਂ ਕਾਨੂੰਨ ਦੀ। ਮੈਂ ਕਿਹਾ ਜੀ ਨਹੀਂ ਤੁਸੀਂ ਪੱਤਰਕਾਰ ਹੋ ਤੁਹਾਨੂੰ ਲੱਗਦਾ ਵੀ ਇਹ ਲਾਅ ਦੀ ਗੱਲ ਹੈ। ਮੈਂ ਕਿਹਾ ਇੱਕੋ ਇੱਕ ਆਵਾਜ਼ ਪ੍ਰਣਬ ਰॉय ਜਿਹਨੇ ਬੜੀ ਬੁਲੰਦ ਆਵਾਜ਼ ਕਿਹਾ ਸੀ ਕਿ ਡਿਊਰਿੰਗ ਦਾ ਮੈਕਾਰਥੀ ਈਰਾ ਦੇਅਰ ਵਾਜ਼ ਏ ਰੈਡ ਅੰਡਰ ਐਵਰੀ ਬਗ, ਔਰ ਹੁਣ ਜਿਹੜਾ ਅੰਡਰ ਦਾ ਮੋਦੀ ਈਰਾ ਦੇਅਰ ਇਜ਼ ਏ ਸੈਡੀਸ਼ੀਅਸ ਬਗ ਅੰਡਰ ਐਵਰੀ ਰਗ, ਕਿ ਵੀ ਇੱਥੇ ਹਰ ਇੱਕ ਦੇ ਥੱਲੇ ਦੇਸ਼ ਧਰੋਹ ਦਾ ਬਣਾ ਰਹੇ ਨੇ ਮੋਦੀ ਈਰਾ 'ਚ ਔਰ ਮੈਕਾਰਥੀ ਦਾ ਇਹ ਸੀ।
ਨਹੀਂ ਉਹ ਫਿਰ ਉਹ ਪ੍ਰਣਾਬ ਰੋਏ ਦੇ ਕਹਿੰਦੇ ਜੀ ਉਹ ਜਿਹੜੇ ਨੇ ਉਹ ਪਹਿਲਾਂ ਦੂਸਰੀ ਗਵਰਨਮੈਂਟ ਵੇਲੇ ਵੀ ਇਦਾਂ ਹੀ ਹੁੰਦਾ ਰਿਹਾ। ਇੱਥੇ ਵੀ ਦੇਖੋ ਓਬਾਮਾ ਨੇ ਕਿਹੜਾ ਫੌਕਸ ਨੂੰ ਕਦੇ ਕੋਈ ਇੰਟਰਵਿਊ, ਮੈਂ ਕਿਹਾ ਜੀ ਡੋਂਟ ਕੰਪੇਅਰ ਔਰੇਂਜਸ ਐਂਡ ਐਪਲਸ, ਵੀ ਉਹਨਾਂ ਦਾ ਕੋਈ ਉਹਦੇ ਨਾਲ ਲਾਗਾ ਦੇਗਾ ਨਹੀਂ ਹੈ। ਪਰ ਮੈਂ ਕਿਹਾ ਬਾਈ ਦੀ ਵੇ ਤੁਹਾਨੂੰ ਨਹੀਂ ਲੱਗਦਾ ਵੀ ਸਾਰਾ ਮੀਡੀਆ ਜਿਹੜਾ, ਮੈਂ ਕਿਹਾ ਬਾਕੀ ਛੱਡੋ, ਵਟ ਅਬਾਊਟ ਦਾ 6 ਵੀ 30 ਸਾਲ ਤੋਂ ਤੁਹਾਡਾ ਮੀਡੀਆ ਕਿੰਨਾ ਬਾਇਸਡ ਹੈ ਵੈਨ ਇਟ ਕਮਸ ਟੂ ਕਵਰਿੰਗ ਸੈਕਸ। ਹਾਂ ਉਹ ਕਹਿੰਦਾ ਫॉर दैट ਮੀਡੀਆ ਇਜ਼ ਟੂ ਬੀ ਬਲੇਮਡ, ਆਈ ਐਗਰੀ। ਮੈਂ ਕਿਹਾ ਐਂਡ ਹੂ ਓਨਸ ਦਾ ਮੀਡੀਆ, ਇਜ਼ਨਟ ਦਾ ਕਾਰਪੋਰੇਟ ਇੰਡੀਆ, ਜਿਹੜੇ ਸਾਰੇ ਕੌਣ ਮਾਲਕ ਨੇ? ਉਹ ਕਹਿੰਦੇ ਹੀਅਰ ਆਲਸੋ ਇਟ ਇਜ਼ ਕਾਰਪੋਰੇਟ। ਸੋ ਕੁੱਲ ਮਿਲਾ ਕੇ ਫਿਰ ਮੈਂ ਦੇਖਿਆ ਕਿ ਬਈ ਉਹੀ ਜਿਹੜਾ ਬੜਾ ਮਿੱਠਾ ਸਮਾਈਲਿੰਗ ਦੂਜਾ ਸੀ, ਜਿਉਂ-ਜਿਉਂ ਉਹ ਥੋੜਾ ਜਿਹਾ ਹਵਾ ਮਿਲੀ ਤੇ ਸ਼ਾਂਤੀ ਸਰੂਪ ਜਿਹੜੇ ਨੇ ਉਹ ਪੂਰੇ ਅਗਨੀ ਜਵਾਰ ਭਾਟਾ ਹੋ ਗਏ ਤੇ ਦੈਨ ਆਈ ਵਾਕਡ ਅਵੇ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਸ ਲੈਵਲ ਦੇ ਉੱਤੇ ਇੱਕ ਪਾਸੇ ਇਹਨਾਂ ਦਾ ਫਾਦਰ ਆਫ ਨੇਸ਼ਨ ਹੈ, ਉਹਨੂੰ ਉਹ ਬਹੁਤ ਚਤੁਰ ਬਣੀਆਂ ਕਹਿ ਕੇ ਇਨਸਲਟ ਕਰ ਰਿਹਾ ਹੈ, ਔਰ ਮੀਡੀਆ ਇਹ ਕਹਿ ਰਿਹਾ ਜੀ ਵੈਸੇ ਉਹਨੇ ਤਾਰੀਫ ਕੀਤੀ ਹੈ। ਔਰ ਹੁਣ ਜੇ ਤੁਸੀਂ ਇਸ ਹੱਦ ਤੱਕ ਚਲੇ ਜਾਓ ਤੇ ਫਿਰ ਤੁਸੀਂ ਕੀ ਐਕਸਪੈਕਟ ਕਰਦੇ ਹੋ ਕਿ ਵੀ ਕੀ ਉੱਥੋਂ ਸਾਡਾ 1 ਬਿਲੀਅਨ 300 ਮਿਲੀਅਨ ਲੋਕ ਇਨ ਜਨਰਲ ਔਰ ਸਾਡੇ ਵਰਗੀਆਂ ਛੋਟੀਆਂ ਮਾਈਨੋਰਿਟੀਜ਼ ਇਨ ਪਾਰਟਿਕੂਲਰ, ਉਹਨਾਂ ਦਾ ਕੀ ਹਾਲ ਹੋਏਗਾ ਆਉਣ ਵਾਲੇ ਦਿਨ। ਜੀ ਡਾਕਟਰ ਸਾਹਿਬ, ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਥੱਲੇ ਬ੍ਰੇਕ, ਵੀਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।